ਜਿਵੇਂ ਮੈਨੂੰ ਕੋਵਿਡ ਹੋਇਆ ਤੁਸੀਂ ਯਕੀਨ ਨਹੀਂ ਕਰੋਗੇ, ਮੈਨੂੰ ਲੱਗਿਆ ਸੀ ਜਿਵੇਂ ਮੈਂ ਆਤੰਕਵਾਦੀ ਹਾਂ। ਮੇਰੇ ਘਰ ਦੇ ਅੰਦਰ ਸਰ ਸਬਜ਼ੀਆਂ ਆਣੀ ਬੰਦ ਹੋ ਗਈ, ਦੁੱਧ ਆਣਾ ਬੰਦ ਹੋ ਗਿਆ, ਅਖਬਾਰ ਆਣੀ ਬੰਦ ਹੋ ਗਈ। ਮੇਰੇ ਘਰ ਦਾ ਜਿਹੜਾ ਕੋਲੈਸਟਰੋਲ ਦੀ ਗੱਲ ਜਿਹੜੇ ਚੌਕੀਦਾਰ ਹੁੰਦੇ ਨੇ ਉਹ ਬਚ ਗਏ। ਲੋਕਾਂ ਨੇ ਫੋਨ ਖਾਣੇ ਬੰਦ ਕਰਤੇ। ਮਤਲਬ ਜੇ ਮੈਂ ਆਪਣੇ ਕਿਸੇ ਬਹੁਤ ਕਲੋਜ਼ ਬੰਦੇ ਨੂੰ ਫੋਨ ਕਰਨਾ ਸੀਗਾ ਅਦਰ ਦੈਨ ਮੈਂ ਠੀਕ ਸੀ, ਤੇ ਉਹਨੂੰ ਮੇਰਾ ਫੋਨ ਇਸ ਵਕਤ ਨਹੀਂ ਚੱਕਦੇ ਸੀ। ਉਹਨੂੰ ਲੱਗਦਾ ਸੀ ਕਿ ਇਹ ਹੈਲਪ ਮੰਗਣਾ ਜ਼ਿਆਦਾ ਨਾ ਮੰਗੇ। ਇਹ ਤਾਂ ਮੈਂ ਤਾਂ ਸ਼ੁਕਰ ਕਰਾਂਗਾ ਮੇਰੀ ਟੀਮ ਸੇ ਮੇਰੀ ਬੜੀ ਹੈਲਪ ਕੀਤੀ। ਮੇਰੀ ਟੀਮ ਦਾ ਬੰਦਾ ਮੇਰੇ ਘਰ ਸਰ ਜਦੋਂ ਕੋਵਿਡ ਹੋ ਗਿਆ ਭਾਵੇਂ 4 ਦਿਨ ਮੇਰੇ ਘਰੋਂ ਜਿਹੜਾ ਕ੍ਰਾਸ਼ ਪੂਰਾ ਚੱਲਿਆ ਆਪਾਂ ਉਹ ਲੈਂਡ ਹੋ ਗਿਆ, ਬਿਲਕੁਲ ਕਨੈਕਸ਼ਨ ਹੀ ਕੱਟ ਗਿਆ। ਮੈਂ ਲੱਗੇ ਜੀ ਮੈਂ ਇਸ ਘਰ ਦੇ ਅੰਦਰ ਕੋਈ ਆਤੰਕਵਾਦੀ ਤੜੀ ਪਾਰ ਕਰ ਬੇਨਤੀ ਇਹ ਵੀ ਕਰਾਂਗਾ ਲੋਕਾਂ ਨੂੰ ਕਿ ਥੋੜਾ ਜਿਹਾ ਸਾਹਮਣੇ ਦੇਖ ਲਓ ਕਿ ਕੋਵਿਡ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਵਾਈਫ ਨੂੰ ਹੋ ਸਕਦਾ ਹੈ, ਯੂਕੇ ਦੇ ਪ੍ਰਿੰਸ ਨੂੰ ਹੋ ਸਕਦਾ ਹੈ, ਯੂਕੇ ਦੇ ਪ੍ਰਾਈਮ ਮਿਨਿਸਟਰ ਨੂੰ ਹੋ ਸਕਦਾ ਹੈ, ਸਾਨੂੰ ਵੀ ਹੋ ਸਕਦਾ ਹੈ, ਤੁਹਾਨੂੰ ਵੀ ਹੋ ਸਕਦਾ ਹੈ। ਤੇ ਕੋਰੋਨਾ ਨਾਲ ਲੜੋ ਜੀ, ਕੋਰੋਨਾ ਪੇਸ਼ੈਂਟ ਨਾਲ ਤੇ ਕੋਰੋਨਾ ਵਾਰੀਅਰ ਨਾਲ ਲੜੋ। ਇਸ ਕੌਮ ਜਿਹੜੀ ਖਾਲਸਾ ਕੌਮ ਹੈ ਨਾ, ਇਹ ਕੌਮ ਨਹੀਂ ਹੈ, ਇਹ ਆਰਮੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਸਾਡੀ ਫੌਜ ਹੈ ਤੇ ਫੌਜ ਕਦੇ ਪਿੱਛੇ ਨਹੀਂ ਹਟਦੀ। ਨਾ ਅਸੀਂ ਪਿੱਛੇ ਹਟੇ ਸੀ ਨਾ ਹਟਾਂਗੇ। ਪ੍ਰੈਕਟੀਕਲੀ ਜਿੱਥੇ ਜਿੱਥੇ ਲੋੜ ਪਈ, ਚਾਹੇ ਉਹ ਪੇਸ਼ੈਂਟ ਹੈ ਚਾਹੇ ਡੈਡ ਬੋਡੀ, ਸਾਡਾ ਤਾਂ ਸਾਰੀ ਇੱਕ ਮਿਸ਼ਨ ਹੈ। ਜੇ ਕੋਈ ਪੇਸ਼ੈਂਟ ਦੀ ਕਾਲ ਸਾਨੂੰ ਆਉਂਦੀ ਹੈ, ਉਹਦੀ ਜਾਨ ਬਚਾਉਣਾ ਸ਼ਹੀਦ ਭਗਤ ਸਿੰਘ ਸੇਵਾ ਦੇ ਵਿੱਚ ਆਪਣਾ ਫਰੈਂਡਸ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ ਮੇਰੇ ਨਾਲ, ਜਾਣੀ ਕਿ ਹਰਮੀਤ ਬਮਰਾ ਦੇ ਨਾਲ। ਮੇਰਾ ਅੱਜ ਸਾਥ ਦੇ ਰਹੇ ਨੇ ਪੰਜਾਬ ਤੋਂ ਇੱਕ ਉਹ ਸ਼ਖਸੀਅਤ ਪਿਛਲੇ ਕੁਝ ਸਮੇਂ ਤੋਂ ਜਿਨ੍ਹਾਂ ਨੇ ਕਾਫੀ ਨਾਮ ਆਪਣਾ ਕਮਾਇਆ ਹੈ। ਇਹ ਖਟਿਆ ਨਹੀਂ ਹੈ, ਇਹ ਨਾਮ ਕਮਾਇਆ ਹੈ ਤੇ ਇਨਸਾਨੀਅਤ ਨੂੰ ਜਿਹੜਾ ਨਾ, ਇਨਸਾਨੀਅਤ ਦਾ ਸਿਰ ਉੱਚਾ ਕੀਤਾ। ਕਿਉਂਕਿ ਜਿਸ ਮਾਹੌਲ ਦੇ ਵਿੱਚ ਇਸ ਟਾਈਮ ਤੇ ਦੁਨੀਆ ਲੰਘਦੀ ਪਈ ਹੈ ਸਾਰੀ, ਕਈ ਖੂਨ ਦੇ ਰੰਗ ਜਿਹੜੇ ਆ ਨਾ ਉਹ ਫਿੱਕੇ ਪੈ ਗਏ। ਆਪਾਂ ਨੂੰ ਉਹ ਸਮਾਂ ਨਹੀਂ ਭੁੱਲਿਆ ਹੋਏਗਾ ਜਦੋਂ ਪੰਜਾਬ ਦੇ ਵਿੱਚ ਰਾਗੀ ਨਿਰਮਲ ਸਿੰਘ ਜੀ ਹੋਣਾ ਨਾਲ ਕੀ ਹੋਇਆ, ਉਹ ਪੂਰੀ ਦੁਨੀਆ ਜਾਣਦੀ ਹੈ। ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਨੂੰ ਰਹਿੰਦੀ ਦੁਨੀਆ ਤੱਕ ਇਹ ਸਦਮਾ ਉਹਨਾਂ ਦੇ ਦਿਲ 'ਚ ਰਹੇਗਾ ਕਿ ਉਹਨਾਂ ਦੀ ਅੰਤਿਮ ਵਿਦਾਇਗੀ ਕਿਸ ਤਰੀਕੇ ਨਾਲ ਹੋਈ ਸੀ। ਤੇ ਜਿਹੜੀ ਅੰਤਿਮ ਵਿਦਾਇਗੀ ਨੂੰ ਪੂਰੇ ਮਾਨ ਮਰਿਆਦਾ ਨਾਲ ਕਰਨਾ, ਇਹ ਆਪਣੇ ਆਪ ਵਿੱਚ ਇੱਕ ਚੀਜ਼ ਤੇ ਹੈ, ਮਗਰ ਕੋਵਿਡ ਦੇ ਟਾਈਮ ਦੇ ਦੌਰਾਨ ਇਸ ਚੀਜ਼ ਨੂੰ ਨਿਭਾਉਣ ਲਈ ਕੋਈ ਜਿਹੜਾ ਅੱਗੇ ਆਇਆ, ਜਿਹੜਾ ਕੰਮ ਕਰ ਰਿਹਾ ਹੈ, ਉਹ ਇੱਕ ਨਾਮ ਹੈ ਜੋਤਜੀਤ ਸਿੰਘ ਜੀ। ਤੇ ਜੋਤਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਫ਼ ਤੇ ਸਿੱਧੀ ਗੱਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਤ ਸਿੰਘ ਜੀ, ਤੁਹਾਡਾ ਕਹਿਣਾ ਹੈ ਕਿ ਕੋਵਿਡ ਨੂੰ ਦਹਿਸ਼ਤ ਜ਼ਿਆਦਾ ਮਾਰਦੀ ਹੈ ਕੋਵਿਡ ਦੀ ਬਿਮਾਰੀ ਨਾਲੋਂ। ਇਹ ਤੁਸੀਂ ਐਕਸਪੀਰੀਅੰਸ ਵੀ ਕਰ ਚੁੱਕੇ ਹੋ, ਤੁਹਾਡੇ ਉੱਤੇ ਵੀ ਕੋਵਿਡ ਆਇਆ, ਤੁਹਾਡੇ ਪਰਿਵਾਰ ਦੇ ਉੱਤੇ ਵੀ ਆਇਆ।
ਕੀ ਇਹ ਵਾਕਈ ਬਿਲਕੁਲ ਸਹੀ ਹੈ ਕਿ ਇਹ ਦਹਿਸ਼ਤ ਨਾਲ ਲੋਕੀ ਜ਼ਿਆਦਾ ਮਰਦੇ ਆ ਕਿ ਉਹਦੇ ਨਾਲੋਂ ਕੋਵਿਡ ਦੀ ਬਿਮਾਰੀ ਨਾਲ? ਦੇਖੋ ਜੀ, ਜਿਹੜਾ ਕੋਵਿਡ ਵਾਇਰਸ ਹੈ, ਕੋਰੋਨਾ ਵਾਇਰਸ, ਇਟ ਇਜ਼ ਅ ਵੈਰੀ ਅਨਪ੍ਰੈਸੀਡੈਂਟਡ ਡਿਜ਼ਾਸਟਰ ਦੈਟ ਵੀ ਆਰ ਫੇਸਿੰਗ ਰਾਈਟ ਨਾਓ। ਨਾ ਤਾਂ ਇਹਦੇ ਸੋਰਸ ਨੂੰ ਲੈ ਕੇ ਕੋਈ ਸਾਡੇ ਕੋਲ ਕੋਈ ਸਬੂਤ ਹੈਗੇ ਨੇ ਕਿ ਇਹ ਓਰੀਜੀਨੇਟ ਕਿੱਥੋਂ ਹੋਇਆ, ਵੈਦਰ ਇਟ ਵਾਸ ਅ ਲੈਬ ਜਾਂ ਐਨੀਮਲ ਮਾਰਕੀਟ 'ਚੋਂ ਹੋਇਆ। ਨਾ ਇਹਦੀ ਮੈਡੀਕੇਸ਼ਨ ਦੇ ਬਾਰੇ ਸਾਨੂੰ ਕੁਝ ਪਤਾ ਹੈ। ਸਿੰਪਟਮਸ ਵੀ ਆਲਮੋਸਟ ਇਹਦੇ ਜਿਹੜੇ ਹੈਗੇ ਨੇ ਉਹ ਅਨਕਲੀਅਰ ਹੈਗੇ ਨੇ। ਹਰ ਵੀਕਲੀ ਤੁਸੀਂ ਦੇਖੋ ਕੋਈ ਐਸੇ ਸਿੰਪਟਮਸ ਆ ਜਾਂਦੇ ਨੇ, ਉਹ ਐਡ ਕਰਦੇ ਨੇ ਕਿ ਓਕੇ ਇਹ ਸਿੰਪਟਮ ਵੀ ਕੋਵਿਡ ਦਾ ਹੈ, ਇਹ ਸਿੰਪਟਮ ਵੀ ਕੋਵਿਡ ਦਾ ਹੈ। ਤਾਂ ਦੇਰ ਇਜ਼ ਬੇਸਿਕਲੀ ਐਨ ਐਨਵਾਇਰਨਮੈਂਟ ਆਫ ਅਨਸਰਟੇਨਿਟੀ। ਕੁਝ ਪਤਾ ਹੀ ਨਹੀਂ ਹੈ ਇਸ ਡਿਜ਼ਾਸਟਰ ਦੇ ਬਾਰੇ, ਇਸ ਕੋਰੋਨਾ ਵਾਇਰਸ ਦੇ ਬਾਰੇ। ਜਿਵੇਂ ਤੁਸੀਂ ਮੈਨੂੰ ਹੁਣੇ ਪੁੱਛਿਆ ਕਿ ਦਹਿਸ਼ਤ ਮਾਰਦੀ ਹੈ, ਯੈਸ ਆਈ ਵੁੱਡ ਲਾਈਕ ਟੂ ਐਸਰਟੇਨ ਦੈਟ ਕੋਵਿਡ ਤੋਂ ਜ਼ਿਆਦਾ ਕੋਵਿਡ ਦੀ ਦਹਿਸ਼ਤ ਮਾਰਦੀ ਹੈ ਬੰਦੇ ਨੂੰ। ਜਦੋਂ ਅਸੀਂ ਕੋਈ ਪੇਸ਼ੈਂਟ ਲੈ ਕੇ ਜਾਂਦੇ ਹਾਂ, ਸਾਡੀ ਐਂਬੂਲੈਂਸ ਸਰਵਿਸ ਹੈ ਸ਼ਹੀਦ ਭਗਤ ਸਿੰਘ ਸੇਵਾ ਦਲ ਐਂਡ ਵੀ ਆਰ ਬੇਸਡ ਇਨ ਦਿੱਲੀ। ਤੇ ਦਿੱਲੀ ਸ਼ਹਿਰ ਦੇ ਅੰਦਰ ਜਦੋਂ ਵੀ ਕਿਸੇ ਪੇਸ਼ੈਂਟ ਨੂੰ ਹਸਪੀਟਲ ਸ਼ਿਫਟ ਕਰਨਾ ਪੈਂਦਾ ਹੈ, ਕੋਰੋਨਾ ਵਾਇਰਸ ਦਾ ਪੇਸ਼ੈਂਟ ਹੁੰਦਾ ਹੈ, ਸਾਡੀ ਐਂਬੂਲੈਂਸ ਵੀ ਆਫ ਕੋਰਸ ਨੂੰ ਸ਼ਿਫਟ ਕਰਦੀ ਹੈ। ਰੱਬ ਨਾ ਕਰੇ ਕਿਸੇ ਦੀ ਡੈਥ ਹੋ ਜਾਂਦੀ ਹੈ ਕੋਵਿਡ ਨਾਲ, ਤੇ ਉਹਨਾਂ ਦੀ ਡੈਡ ਬੋਡੀ ਨੂੰ ਐਂਬੂਲੈਂਸ ਅਸੀਂ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਹਾਂ ਤੇ ਐਸ ਪਰ ਦਾ ਕੋਰੋਨਾ ਪ੍ਰੋਟੋਕੋਲ ਉਹਨਾਂ ਦਾ ਦਾਹ ਸੰਸਕਾਰ, ਅੰਤਿਮ ਸੰਸਕਾਰ ਕਰਾਉਂਦੇ ਹਾਂ। ਦਹਿਸ਼ਤ ਇਸ ਚੀਜ਼ ਦੀ ਹੁੰਦੀ ਹੈ ਕਿ ਜਦੋਂ ਵੀ ਕਿਸੇ ਨੂੰ ਕੋਵਿਡ ਪੋਜ਼ਿਟਿਵ ਨਿਕਲ ਆਉਂਦਾ ਹੈ, ਸਭ ਤੋਂ ਪਹਿਲਾਂ ਉਹਨੂੰ ਇਹ ਦਹਿਸ਼ਤ ਖਾਂਦੀ ਹੈ ਕਿ ਹਾਏ ਮੈਨੂੰ ਕੋਵਿਡ ਪੋਜ਼ਿਟਿਵ ਹੋ ਗਿਆ, ਬਿਕਾਜ਼ ਕੋਵਿਡ ਪੋਜ਼ਿਟਿਵ ਦਾ ਇੱਕ ਹਵਾ ਬਣ ਚੁੱਕਿਆ ਹੈ ਅੱਜ ਦੀ ਡੇਟ ਦੇ। ਸੈਕੰਡਲੀ ਕੀ ਹੁੰਦਾ ਕਿ ਜਦੋਂ ਜਿਹੜਾ ਇਨਸਾਨ ਪੋਜ਼ਿਟਿਵ ਨਿਕਲਿਆ ਉਹ ਓਵਰਥਿੰਕਿੰਗ ਸ਼ੁਰੂ ਕਰ ਦਿੰਦਾ ਹੈ, ਹੀ ਸਟਾਰਟਸ ਗੈਸਪਿੰਗ, ਉਹਨੂੰ ਸ਼ਾਰਟਨੈਸ ਆਫ ਬ੍ਰੈਥ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਉਹ ਆਈ ਕੈਨੋਟ ਸੇ ਇਟ ਇਜ਼ ਡਿਪਰੈਸ਼ਨ, ਆਈ ਵੁੱਡ ਸੇ ਡਿਪਰੈਸ਼ਨ ਨਹੀਂ ਹੋ ਸਕਦਾ, ਲੇਕਿਨ ਉਹਨੂੰ ਇਹ ਕਹਿ ਸਕਦਾ ਕਿ ਆਪਾਂ ਓਵਰਥਿੰਕ ਕਰਨ ਦੇ ਕਾਰਨ ਜਿਹੜੀ ਸ਼ਾਰਟਨੈਸ ਆਫ ਬ੍ਰੈਥ ਦੀ ਪ੍ਰੋਬਲਮ ਉਹ ਵੱਧ ਜਾਂਦੀ ਹੈ ਇਨਸਾਨ ਦੀ। ਬਿਕਾਜ਼ ਮਾਈਂਡ ਜਿਹੜਾ ਹੈਗਾ ਹੈ ਉਹਨੂੰ ਇੰਨਾ ਇਮੋਸ਼ਨਲੀ ਤੋੜ ਦਿੰਦਾ ਹੈ ਕੋਰੋਨਾ ਵਾਇਰਸ, ਤਾਂ ਉਹਨੂੰ ਅਜੀਬ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ। the other day I made a video, I shot it on my Facebook page। ਮੈਨੂੰ ਬੜੇ ਅਜੀਬ ਜਿਹੇ ਸਿੰਪਟਮਸ ਹੋ ਰਹੇ ਸੀ ਜੀ। ਮੈਨੂੰ ਐਵੇਂ ਲੱਗਦਾ ਸੀ ਜਿਵੇਂ ਮੈਂ ਅਰਥਕੁਏਕ 'ਚ ਬੈਠਾ, ਚੀਜ਼ਾਂ ਹਿਲਦੀਆਂ ਸੀਗੀਆਂ। I could not feel touch। ਜੇ ਮੈਂ ਕਿਸੇ ਚੀਜ਼ ਨੂੰ ਟੱਚ ਕਰਦਾ ਸੀਗਾ ਤਾਂ ਮੈਨੂੰ ਫੀਲ ਨਹੀਂ ਹੁੰਦਾ ਸੀਗਾ ਕਿ ਮੈਂ ਕੁਝ ਟੱਚ ਕਰ ਰਿਹਾ। ਥਿੰਗਸ ਵਰ ਬਾਊਂਸੀ, ਮੈਨੂੰ ਐਂ ਲੱਗਦਾ ਸੀ ਜਿਵੇਂ ਬੀਟ ਟੈਲੀਵਿਜ਼ਨ, ਬੀਟ ਮੋਬਾਈਲ, ਥਿੰਗਸ ਯੂਜ਼ਡ ਟੂ ਬਾਊਂਸ। ਤੇ ਇੱਕ ਇਹੋ ਜਿਹੀ ਫੀਲਿੰਗ ਮੇਰੇ ਦਿਮਾਗ 'ਚ ਆ ਗਈ ਕਿ ਯਾਰ ਇਹ ਕੋਵਿਡ ਵਾਇਰਸ ਮੇਰੇ ਮਾਈਂਡ ਨਾਲ ਟੈਂਪਰ ਕਰ ਰਿਹਾ ਹੈ, ਮੇਰੀ ਬੋਡੀ ਨਾਲ ਟੈਂਪਰ ਕਰ ਰਿਹਾ ਹੈ। ਐਂਡ ਦੈਨ ਇੱਕ ਹੋਰ ਚੀਜ਼ ਇਹਦੇ ਅੰਦਰ ਹੁੰਦੀ ਹੈ ਕਿ ਮੈਮਰੀ ਤੁਹਾਡੀ ਨਾ ਇਰੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। For that time period of 20 to 25 days when I was in home quarantine, ਮੈਂ ਗੱਲ ਕਰਦਾ ਸੀ, ਮੈਂ 10 ਮਿੰਟ ਬਾਅਦ 15 ਮਿੰਟ ਭੁੱਲ ਜਾਂਦਾ ਸੀਗਾ। ਸਰਟਨਲੀ ਇਹ ਚੀਜ਼ਾਂ ਜਦੋਂ ਤੁਹਾਡੇ ਨਾਲ ਅਨਐਕਸਪੈਕਟਡਲੀ ਹੋਣਗੀਆਂ, ਇੱਕ ਤਾਂ ਤੁਹਾਡੀ ਬੋਡੀ ਡੀਪ ਪੇਨ 'ਚ ਹੈਗੀ, ਤੁਹਾਡੀ ਬੋਡੀ 'ਚ ਬਹੁਤ ਪੇਨ ਹੈ, ਤੁਹਾਡੇ ਲੈਗਸ 'ਚ ਬਹੁਤ ਪੇਨ ਹੈ, ਤੁਹਾਨੂੰ ਹਾਈ ਫੀਵਰ ਹੈ, ਉੱਤੋਂ ਤੁਹਾਡੇ ਨਾਲ ਮੈਮਰੀ ਨਾਲ ਚੀਜ਼ਾਂ ਹੋ ਰਹੀਆਂ ਨੇ, ਤੁਸੀਂ ਟੱਚ ਫੀਲ ਨਹੀਂ ਕਰ ਪਾ ਰਹੇ ਹੋ, ਚੀਜ਼ਾਂ ਸ਼ੇਕ ਕਰ ਰਹੀਆਂ ਨੇ, ਬਾਉਂਸ ਕਰ ਰਹੀਆਂ, ਆਬਵੀਅਸਲੀ ਗੱਲ ਹੈ ਤੁਹਾਨੂੰ ਦਹਿਸ਼ਤ ਤਾਂ ਹੋਏਗੀ। ਲੇਕਿਨ ਇਸ ਦਹਿਸ਼ਤ ਦੇ ਅੰਦਰ ਮੈਂ ਇੱਕ ਹੋਰ ਕਹਿਣਾ ਚਾਹਾਂਗਾ ਕਿ ਕੁਝ ਲੋਕੀ ਇਹੋ ਜਿਹੇ ਹੈਗੇ ਨੇ ਜਿਹੜੇ ਕੋਵਿਡ ਵਾਇਰਸ ਨੂੰ, ਕੋਰੋਨਾ ਵਾਇਰਸ ਨੂੰ ਹਵਾ ਬਣਾ ਦਿੰਦੇ ਨੇ। ਸਾਡੇ ਦਿੱਲੀ ਸ਼ਹਿਰ ਦੇ ਅੰਦਰ ਮੈਂ ਗੱਲ ਕਰਾਂ, ਸਾਡੀ ਐਂਬੂਲੈਂਸ ਜਦੋਂ ਲੈਣ ਜਾਂਦੀ ਕਿਸੇ ਪੇਸ਼ੈਂਟ ਨੂੰ, ਕਿਸੇ ਬਿਲਡਿੰਗ ਦੇ ਅੰਦਰ ਕੋਈ ਕੋਵਿਡ ਪੋਜ਼ਿਟਿਵ ਨਿਕਲ ਆਉਂਦਾ ਹੈ, ਕੁਝ ਲੋਕੀ ਤਾਂ ਕਾਫੀ ਅੱਛਾ ਟ੍ਰੀਟ ਕਰਦੇ ਨੇ, ਖਾਣ ਪੀਣ ਦਾ ਸਮਾਨ ਵੀ ਪ੍ਰੋਵਾਈਡ ਕਰਵਾਉਂਦੇ ਨੇ, ਹੈਲਪ ਵੀ ਕਰਦੇ ਨੇ। ਲੇਕਿਨ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਬਿਲਕੁਲ ਦੂਰੋਂ ਹੀ ਭੱਜ ਜਾਂਦੇ ਨੇ, ਅਬੈਂਡਨ ਕਰਦੇ ਨੇ ਇਹੋ ਜਿਹੀ ਫੈਮਿਲੀਜ਼ ਨੂੰ, ਇਹੋ ਜਿਹੇ ਪੇਸ਼ੈਂਟਸ ਨੂੰ। ਉਹ ਕੋਰੋਨਾ ਨਾਲ ਨਹੀਂ ਲੜਦੇ, ਉਹ ਕੋਰੋਨਾ ਦੇ ਪੇਸ਼ੈਂਟ ਨਾਲ ਲੜਦੇ ਨੇ। ਐਂਡ ਬਿਲਕੁਲ ਠੀਕ, ਕੋਰੋਨਾ ਵਾਰੀਅਰ ਜਿਹੜੇ ਉਹਨਾਂ ਦੀ ਮਦਦ ਕਰ ਰਹੇ ਨੇ ਜਾ ਕੇ, ਕੋਰੋਨਾ ਵਾਰੀਅਰ ਤੱਕ ਨਾਲ ਲੜਦੇ ਨੇ ਲੋਕੀ। ਤੁਸੀਂ ਕਿਸੇ ਦੇ ਘਰ ਦੇ ਬਾਹਰ ਐਂਬੂਲੈਂਸ ਖੜੀ ਕਰ ਦਿਓ, 5 ਮਿੰਟ ਵਾਸਤੇ ਲੜਾਈ ਸ਼ੁਰੂ ਹੋ ਜਾਏਗੀ। ਰੱਬ ਨਾ ਕਰੇ ਕਿਸੇ ਦੀ ਡੈਥ ਹੋ ਗਈ ਹੈ, ਤੁਸੀਂ ਡੈਡ ਬੋਡੀ ਵਾਲੀ ਗੱਡੀ ਉੱਥੇ ਖੜੀ ਕਰੋ, ਐਂਬੂਲੈਂਸ 5 ਮਿੰਟ ਦੇ ਅੰਦਰ ਲੜਾਈ ਸ਼ੁਰੂ ਹੋ ਜਾਏਗੀ ਉੱਥੇ। ਤੇ ਦਹਿਸ਼ਤ ਸਿਰਫ ਕੋਵਿਡ ਵਾਇਰਸ ਤੁਹਾਨੂੰ ਅਫੈਕਟ ਕਰ ਰਿਹਾ ਉਸ ਕਰਕੇ ਨਹੀਂ ਹੈਗੀ, ਜਿਹੜਾ ਇੱਕ ਸਟਿਗਮਾ ਬਣ ਚੁੱਕਿਆ ਹੈ, ਜਿਹੜਾ ਇੱਕ ਸਮਾਜ ਦੇ ਅੰਦਰ ਇੱਕ ਕੁਰੀਤੀ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ, ਅਬੈਂਡਨ ਕੀਤਾ ਜਾ ਰਿਹਾ ਫੈਮਿਲੀਜ਼ ਨੂੰ, ਇਹੋ ਜਿਹੇ ਪੇਸ਼ੈਂਟਸ ਨੂੰ, ਇਹਨੇ ਦਹਿਸ਼ਤ ਵਧਾਤੀ ਹੈ। ਇਸ ਦਹਿਸ਼ਤ ਨਾਲ ਜਿਹੜੇ ਹਾਰਟ ਅਟੈਕ ਦੇ ਰੇਟ ਨੇ ਉਹ ਵੀ ਵਧ ਰਹੇ ਨੇ। ਇਹ ਕਿਹਾ ਜਾਂਦਾ ਹੈ ਕਿ ਜਦੋਂ ਕੋਵਿਡ ਵਾਇਰਸ ਹੋ ਜਾਂਦਾ ਹੈ, read a couple of reports from the UK ਕਿ ਕੁਝ ਬੋਡੀਜ਼ ਦੀ ਆਟੋਪਸੀਜ਼ ਕੀਤੀਆਂ ਗਈਆਂ ਸੀ ਤੇ ਉਹਦੇ ਅੰਦਰ ਕਈ ਜਗ੍ਹਾ ਤੇ ਬਲੱਡ ਦੀ ਕਲੌਟਿੰਗ ਪਾਈ ਗਈ ਸੀ। ਬਟ ਆਈ ਵੁੱਡ ਸਰਟਨਲੀ ਸੇ ਕਿ ਦਹਿਸ਼ਤ ਜਿਹੜੀ ਹੈਗੀ ਹੈ ਉਹ ਫਿਜ਼ੀਕਲੀ ਵੀ ਔਰ ਮੈਂਟਲੀ ਵੀ ਇਨਸਾਨ ਨੂੰ ਤੋੜਦੀ ਹੈ, ਜਿਹਦੇ ਕਰਕੇ ਜਿਹੜਾ ਡੈਥ ਰੇਟ ਹੈਗਾ ਕੋਵਿਡ ਦਾ ਉਹ ਵੱਧ ਰਿਹਾ। ਬਿਲਕੁਲ ਠੀਕ, ਦਹਿਸ਼ਤ ਤੇ ਉਦਾਂ ਵੀ ਬੰਦੇ ਨੂੰ ਮਾਰ ਦਿੰਦੀ ਹੈ, ਬੇਸ਼ੱਕ ਕੋਵਿਡ ਨਾ ਵੀ ਹੋਵੇ। ਤੇ ਹੁਣ ਅਸੀਂ ਆਈਏ, ਜਿਹੜੀ ਤੁਹਾਡੀ ਸ਼ਹੀਦ ਭਗਤ ਸਿੰਘ ਸੇਵਾ ਦਲ ਹੈ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓਗੇ ਸਾਡੇ ਆਸਟ੍ਰੇਲੀਆ ਵਾਸੀਆਂ ਨੂੰ ਕਿ ਸ਼ਹੀਦ ਭਗਤ ਸਿੰਘ ਦਲ ਸੇਵਾ ਦਲ ਜਿਹੜਾ ਇਹ ਕਦੋਂ ਸ਼ੁਰੂ ਹੋਇਆ ਤੇ ਕਿਹਨੇ ਸ਼ੁਰੂ ਕੀਤਾ? Shahid Bhagat Singh Seva Dal is an organization that was formed by my father Jitendra Singh Shanti in 1997 basically।
ਉਹ ਮੇਰੇ ਫਾਦਰ ਸਾਹਿਬ ਸ਼ਮਸ਼ਾਨ ਘਾਟ ਗਏ ਸੀਗੇ, ਇੱਥੇ ਨਿਗਮ ਬੋਧ ਘਾਟ ਹੈਗਾ ਹੈ, ਐਂਡ देयर ही saw a man who was stealing wood from a burnt fire, ਡੈਡ ਬੋਡੀ ਜਲਦੀ ਸੀਗੀ, ਉਹਦੀ ਲੱਕੜੀਆਂ ਚੋਰੀ ਕਰ ਰਿਹਾ ਸੀਗਾ ਇੱਕ ਬੰਦਾ ਸੀਗਾ ਉੱਥੇ। ਤੇ my dad asked him कि यार तुम जली बॉडी की लकड़ियां क्यों उठा रहे हो, चोरी कर रहे हो, क्या कर रहे हो? then he said कि भाई साहब मेरे छोटे बच्चे की डेथ हो गई है और मेरे पास इतने पैसे नहीं है कि मैं इसका दाह संस्कार कर सकूं। That day, that incident shook my father, and he started this organization, Shahid Bhagat Singh Sevadan. Since then, we have been working in Delhi. और साडा जेडे main services जेडी हैगी ने humanitarian services. Number one साडी service हैगी है कोई patient ਹੁੰਦੇ ਨੇ, be cardiac arrest cases, pregnancy cases, cancer patients, ये ऐसे patients जिन्हां ਨੂੰ mobility issues ਹੈਗੇ ਨੇ, यानी locomotor disability, यानी जिन्हां ਦਾ lower limb ਕੰਮ ਨਹੀਂ ਕਰਦਾ, ऐसे लोगों ਨੂੰ ਜਿਹਨਾਂ ਨੂੰ ਐਂਬੂਲੈਂਸ ਦੀ ਲੋੜ ਪੈਂਦੀ ਹੈ ਜਾਂ ਕੋਈ ਐਮਰਜੈਂਸੀ ਕੇਸਿਸ ਹੈ, ਰੋਡ ਐਕਸੀਡੈਂਟ ਕੇਸਿਸ ਹੈਗੇ ਨੇ, ਅਸੀਂ ਫ੍ਰੀ ਆਫ ਕਾਸਟ, ਯੂ ਜਸਟ ਗਿਵ ਅਸ ਅ ਕਾਲ, our response time is 8 to 10 minutes, 8 ਤੋਂ 10 ਮਿੰਟ ਦੇ ਅੰਦਰ ਸਾਡੀ ਐਂਬੂਲੈਂਸ ਪਹੁੰਚਦੀ ਹੈ ਤੇ ਪੇਸ਼ੈਂਟ ਨੂੰ ਟ੍ਰਾਂਸਫਰ ਕਰਦੀ ਹੈ ਹਸਪੀਟਲ ਫ੍ਰੀ ਆਫ ਕਾਸਟ। ਤੇ ਨੈਕਸਟ ਸਰਵਿਸ ਸਾਡੀ ਹੈਗੀ ਹੈ ਡੈਡ ਬੋਡੀਜ਼ ਦੀ। ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਸਰ, ਤੇ ਦਿੱਲੀ ਸ਼ਹਿਰ ਦੇ ਅੰਦਰ ਡੈਡ ਬੋਡੀ ਲੈ ਜਾਣ ਵਾਸਤੇ ਐਂਬੂਲੈਂਸ ਨਹੀਂ ਮਿਲਦੀ, 5-10 ਹਜ਼ਾਰ ਰੁਪਏ ਲੋਕੀ ਮੰਗਦੇ ਨੇ, ਐਕਸਪਲੋਇਟ ਕਰਦੇ ਨੇ, ਐਕਸਟੋਰਟ ਕਰਦੇ ਨੇ। ਸਾਡੀ ਸ਼ਹੀਦ ਭਗਤ ਸਿੰਘ ਸੇਵਾ ਦੀ ਐਂਬੂਲੈਂਸਸ ਇਹੋ ਜਿਹੀ ਡੈਡ ਬੋਡੀਜ਼ ਨੂੰ ਸ਼ਮਸ਼ਾਨ ਘਾਟ ਲੈ ਜਾਣ ਦੀ ਸੇਵਾ, ਕਬਰਿਸਤਾਨ ਲੈ ਜਾਣ ਦੀ ਸੇਵਾ ਇੰਨੀ ਬਣਦੀ ਹੈ। ਥਰਡ, ਜਿਹੜੀ ਇਹੋ ਜਿਹੀ ਲਾਸ਼ਾਂ ਸਾਨੂੰ ਮਿਲਦੀਆਂ ਨੇ, ਸਾਨੂੰ ਪੁਲਿਸ ਦੇ ਫੋਨ ਆਉਂਦੇ ਨੇ ਕਿ ਸਾਨੂੰ ਕੋਈ ਡੈਡ ਬੋਡੀ ਪਈ ਹੋਈ ਮਿਲੀ ਹੈ, 10 ਦਿਨ ਤੋਂ ਪਈ ਹੈ, 15 ਦਿਨ ਤੋਂ ਪਈ ਹੈ, ਕੀੜੇ ਪੈ ਗਏ ਨੇ, ਇਹੋ ਜਿਹੀ ਡੈਡ ਬੋਡੀ ਜਿਹਨਾਂ ਨੂੰ ਕੋਈ ਹੱਥ ਲਾ ਕੇ ਰਾਜੀ ਨਹੀਂ, ਲਵਾਰਿਸ ਬੋਡੀਜ਼ ਹੁੰਦੀਆਂ, ਇਹੋ ਜਿਹੀ ਬੋਡੀਜ਼ ਦਾ ਅਸੀਂ ਕ੍ਰੀਮੇਸ਼ਨ ਫ੍ਰੀ ਆਫ ਕਾਸਟ ਕਰਾਉਂਦੇ ਹਾਂ। ਇਸ ਤੋਂ ਇਲਾਵਾ ਹੁਣ ਕੋਵਿਡ ਦੀ ਸੇਵਾ ਜਿਹੜੀ ਸਾਡੀ ਚੱਲ ਰਹੀ ਹੈ, ਕਿਸੇ ਨੂੰ ਸਸਪੈਕਟ ਜੇ ਲੱਗਦਾ ਹੈ ਕਿ ਹਾਂਜੀ ਮੈਂ ਸਸਪੈਕਟ ਹਾਂ, ਆਈ ਹੈਵ ਸਮ ਸਿੰਪਟਮਸ, we get a call in the control room of Shahid Bhagat Singh Sewa, ਜਿਹੜੀ ਸਾਡੀ ਡਿਜ਼ਾਸਟਰ ਮੈਨੇਜਮੈਂਟ ਸੈੱਲ ਦੀ ਟੀਮ ਹੈ, ਅਸੀਂ ਇਮੀਡੀਏਟਲੀ ਰਿਸਪੌਂਡ ਕਰਦੇ ਹਾਂ, ਅਸੀਂ ਇੱਕ ਐਂਬੂਲੈਂਸ ਭੇਜਦੇ ਹਾਂ, ਉਹਨਾਂ ਦਾ ਟੈਸਟਿੰਗ ਕਰਾਉਂਦੇ ਹਾਂ, ਜੇ ਟੈਸਟ ਪੋਜ਼ਿਟਿਵ ਆਉਂਦਾ ਹੈ ਐਂਡ ਦੇ ਵਾਂਟ ਗੈਟ ਹੋਮ ਕੁਆਰੰਟਾਈਨ ਤੇ ਅਸੀਂ ਉਹਨਾਂ ਨੂੰ ਡ੍ਰੌਪ ਕਰ ਦਿੰਦੇ ਹਾਂ। ਜੇ ਹਸਪੀਟਲ ਲੈ ਜਾਣਾ ਪੈਂਦਾ ਹੈ, if there's a serious case, we ship them to the hospital. Coming on to the dead bodies, unfortunately if somebody dies of COVID, ਇਹੋ ਜਿਹੀ ਲਾਸ਼ਾਂ ਨੇ ਸਰ ਆਪਣੇ ਵੀ ਛੱਡ ਕੇ ਭੱਜ ਜਾਂਦੇ ਨੇ, ਰਿਲੇਟਿਵਸ ਜਿਹੜੇ ਹੁੰਦੇ ਨੇ, ਮੇਰੇ ਅੱਖਾਂ ਦੇਖੀਆਂ ਨੇ ਕੇਸਿਸ, ਅਸੀਂ ਦੇਖੇ ਨੇ। ਅਸੀਂ ਅਜੇ ਤੱਕ 328 ਡੈਡ ਬੋਡੀਜ਼ ਕੋਵਿਡ ਦੀ, ਇਹਨਾਂ ਨੂੰ ਅਸੀਂ ਸ਼ਮਸ਼ਾਨ ਘਾਟ ਪਹੁੰਚਾ ਚੁੱਕੇ ਹਾਂ ਆਪਣੀ ਐਂਬੂਲੈਂਸ 'ਚ। 288 ਪੇਸ਼ੈਂਟਸ ਦਾ ਅਸੀਂ ਟੈਸਟ ਕਰਵਾਉਣਾ ਤੇ ਹਸਪੀਟਲ ਛੱਡਣਾ ਕੋਵਿਡ ਪੇਸ਼ੈਂਟਸ ਨੂੰ ਜਿਹੜੀ ਐਂਬੂਲੈਂਸ ਦੀ ਸੇਵਾ ਉਹ ਦੇ ਚੁੱਕੇ ਹਾਂ। ਤੇ 52 ਡੈਡ ਬੋਡੀਜ਼ ਇਹੋ ਜਿਹੀ ਸੀਗੀਆਂ ਜਿਹੜੀ ਜਾਂ ਤਾਂ ਉਹਨਾਂ ਦੀ ਫੈਮਿਲੀ ਨੇ ਉਹਨਾਂ ਨੂੰ ਡਰ ਕਰਕੇ, ਦਹਿਸ਼ਤ ਕਰਕੇ ਛੱਡਤਾ, ਅਬੈਂਡਨ ਕਰਤਾ ਡੈਡ ਬੋਡੀ ਨੂੰ, ਕੋਈ ਕਰਨ ਵਾਲਾ ਨਹੀਂ ਸੀਗਾ, ਸਾਡੀ ਸ਼ਹੀਦ ਭਗਤ ਸਿੰਘ ਸੇਵਾ ਦੀ ਟੀਮ ਨੇ ਸੰਸਕਾਰ ਕੀਤਾ। ਜਾਂ ਫਿਰ ਐਸੀ ਡੈਡ ਬੋਡੀਜ਼ ਹੁੰਦੀਆਂ ਨੇ ਫੈਮਿਲੀ ਵਾਲੇ ਕੁਆਰੰਟਾਈਨ ਹੁੰਦੇ ਨੇ ਐਂਡ ਦੇ ਕੈਨ ਨਾਟ ਗੋ ਆਊਟ ਟੂ ਪਰਫਾਰਮ ਦ ਲਾਸਟ ਰਾਈਟਸ ਆਫ ਦ ਲਵਡ ਵਨਸ, ਤੇ ਇਹੋ ਜਿਹੇ ਲੋਕਾਂ ਨੂੰ ਵੀ ਅਸੀਂ ਕੰਸੈਂਟ ਫਾਰਮ ਭਰਵਾ ਕੇ ਡੈਡ ਬੋਡੀ ਦਾ ਸੰਸਕਾਰ ਕਰਾਉਂਦੇ ਹਾਂ। ਤੇ ਇਹੋ ਜਿਹੀ 52 ਡੈਡ ਬੋਡੀਜ਼ ਦਾ ਅੱਜ ਤੱਕ ਅਸੀਂ ਕੋਵਿਡ ਦੀ ਸੰਸਕਾਰ ਕਰਾ ਚੁੱਕੇ ਹਾਂ। ਤੇ ਡੈਡ ਬੋਡੀਜ਼ ਦੀ ਔਰ ਪੇਸ਼ੈਂਟਸ ਦੀ ਇਹ ਸੇਵਾ ਜਿਹੜੀ ਹੈ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਡਿਜ਼ਾਸਟਰ ਮੈਨੇਜਮੈਂਟ ਦੀ ਸਕੀਮਸ ਬਿਲਕੁਲ ਠੀਕ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਮਗਰ ਹਮੇਸ਼ਾ ਇਹ ਦੇਖਣ ਨੂੰ ਆਉਂਦਾ ਹੈ ਕਿ ਜਦੋਂ ਤੁਸੀਂ ਇਹੋ ਜਿਹੇ ਕੰਮ ਕਰੋਗੇ, ਖਾਸ ਕਰਕੇ ਕੋਵਿਡ ਦੇ ਟਾਈਮ ਦੇ ਦੌਰਾਨ, ਜਿੱਥੇ ਕਿ ਆਪਣੇ ਆਪ ਨੂੰ ਹਰ ਵੇਲੇ ਖਤਰਾ ਹੀ ਰਹਿੰਦਾ, ਤੇ ਤੁਹਾਨੂੰ ਕਈ ਚੈਲੰਜਸ ਫੇਸ ਕਰਨੇ ਪੈਂਦੇ ਹੋਣਗੇ, ਤੁਹਾਨੂੰ ਵੀ ਕਰਨੇ ਪੈਂਦੇ ਹੋਣਗੇ, ਤੁਹਾਡੀ ਟੀਮ ਨੂੰ ਵੀ, ਕਿ ਉਹ ਚੈਲੰਜਸ ਕੀ ਹੈ ਵੈਸੇ ਬੇਸਿਕਲੀ? ਸਰ ਸਭ ਤੋਂ ਵੱਡਾ ਚੈਲੰਜ ਇਹ ਹੈ, ਦੇਖੋ ਜੀ ਮੇਰੇ ਮਦਰ ਬੜੇ ਪਾਠ ਪੂਜਾ ਕਰਦੇ ਨੇ ਸਰ, ਸਾਡੇ ਘਰ ਮਹਾਰਾਜ ਦਾ ਪ੍ਰਕਾਸ਼ ਹੈ। ਮੈਂ ਸਵੇਰੇ ਜਦੋਂ ਡੈਡ ਬੋਡੀ ਦੀ ਸੇਵਾ ਹੈ ਜਾਂ ਪੇਸ਼ੈਂਟ ਦੀ ਸੇਵਾ, ਜਦੋਂ ਮੈਂ ਸਵੇਰੇ ਨਿਕਲਣਾ ਐਂਬੂਲੈਂਸ ਲੈ ਕੇ, ਮੇਰੀ ਮੰਮੀ ਜੀ ਬਾਹਰ ਆਉਂਦੇ ਨੇ, ਮੈਨੂੰ ਛੱਡਣ ਜਾਂਦੇ ਨੇ ਬਾਹਰ, ਇੱਕੋ ਗੱਲ ਕਹਿੰਦੇ ਨੇ, ਦੇ ਸ਼ਿਵਾ ਵਰਮੋਏ ਹੈ ਸ਼ੁਭ ਕਰਮਨ ਤੇ ਕਭੂ ਨਾ ਕਰੋ, ਨਾ ਡਰੋ ਔਰ ਸਿਓ ਜਬ ਜਾਏ ਲੜੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਮੇਰੀ ਮੰਮੀ ਦੀ ਇੱਕੋ ਵਰਡਿੰਗ ਹੁੰਦੀ ਹੈ ਕਿ ਤੂੰ ਸੇਵਾ ਕਰ, ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਲਾਲ ਹੈ, ਗੁਰੂ ਗੋਬਿੰਦ ਸਿੰਘ ਤੇਰੀ ਰੱਖਿਆ ਆਪ ਹੀ ਕਰਨਗੇ, ਅਸੀਂ ਨਿਡਰ ਹੋ ਕੇ ਨਿਕਲਦੇ। ਲੇਕਿਨ ਸਾਡੇ ਦਿਲ ਨੂੰ ਠੇਸ ਕਦੋਂ ਲੱਗਦੀ ਹੈ, ਸਾਨੂੰ ਚੈਲੰਜਸ ਫੇਸ ਕਰਨੇ ਪੈਂਦੇ ਨੇ। ਸਭ ਤੋਂ ਵੱਡਾ ਚੈਲੰਜ ਸਰ ਇਹ ਹੈਗਾ ਕਿ ਜਿਹੜੇ ਕਰੋਨਾ ਵਾਰੀਅਰਸ ਹੈਗੇ ਨੇ, ਕਈ ਲੋਕੀ ਤਾਂ ਉਹਨਾਂ ਨੂੰ ਬਹੁਤ ਸਪੋਰਟ ਕਰਦੇ ਨੇ, ਲੇਕਿਨ ਕਈ ਲੋਕੀ ਇਹੋ ਜਿਹੇ ਸਾਨੂੰ ਮਿਲ ਜਾਂਦੇ ਨੇ ਜਿਹੜੇ ਕਰੋਨਾ ਵਾਰੀਅਰ ਨੂੰ ਐਜ਼ ਅ ਟੈਰਰਿਸਟ ਵੀ ਦੇਖਦੇ ਨੇ। ਬਿਲਕੁਲ, ਸਾਡਾ ਐਂਬੂਲੈਂਸ ਦਾ ਕੋਈ ਵਾਲੰਟੀਅਰ ਕਿਟ ਪਾ ਕੇ, ਪੀਪੀ ਦੀ ਜਿਹੜੀ ਕਿਟਸ ਹੁੰਦੀਆਂ ਨੇ, ਅਸੀਂ 14 ਤੋਂ 16 ਘੰਟੇ ਡੇਲੀ ਕਿਟ ਪਾਉਂਦੇ ਹਾਂ ਜੀ, ਆਸਾਨ ਕੰਮ ਨਹੀਂ ਹੈ। ਇੰਨੀ ਗਰਮੀ ਦੇ ਵਿੱਚ ਸਰ ਸਾਰੀ ਬੋਡੀ ਡੀਹਾਈਡਰੇਟ ਕਰ ਜਾਂਦੀ ਹੈ, ਹੱਥ ਗਲ ਜਾਂਦੇ ਨੇ, 14 ਘੰਟੇ ਉਹ ਵਾਸ਼ਰੂਮ ਨਹੀਂ ਜਾਂਦੇ, ਬਿਕਾਜ਼ ਵਾਂਸ ਦੇ ਵੇਅਰ ਦ ਕਿਟ ਦੇ ਕੈਨੋਟ ਯੂਜ਼ ਵਾਸ਼ਰੂਮ, ਖਾਣਾ ਨਹੀਂ ਖਾ ਸਕਦੇ, 14 ਘੰਟੇ ਭੁੱਖੇ ਰਹਿ ਕੇ ਸਾਡੇ ਵਾਲੰਟੀਅਰ ਜਿਹੜੇ ਲਾਸ਼ਾਂ ਦੀ ਸੇਵਾ ਕਰਦੇ ਨੇ, ਪੇਸ਼ੈਂਟਸ ਦੀ ਸੇਵਾ ਕਰਦੇ ਨੇ।
ਸਾਡੇ ਨਾਲ ਇੱਕ ਇਨਸੀਡੈਂਟ ਹੋਇਆ ਸਰ, ਅਜੇ 1.5-2 ਮਹੀਨੇ ਪਹਿਲੇ ਦੀ ਗੱਲ ਹੈ। ਸਾਡਾ ਇੱਕ ਡਰਾਈਵਰ ਸੀ, ਹੀ ਵਾਸ ਵੇਅਰਿੰਗ ਅ ਪੀਪੀਈ ਕਿਟ ਐਂਡ ਹੀ ਵਾਸ ਕੈਰਿੰਗ ਅ ਡੈਡ ਬੋਡੀ ਕੋਵਿਡ ਦੀ। ਤੇ ਉਹਨੇ ਰਸਤੇ 'ਚ ਉਹਦਾ ਮਿਊਜ਼ਿਕ ਸੀਗਾ, ਗਰਮੀ ਬੜੀ ਸੀਗੀ ਦਿੱਲੀ ਦੇ ਅੰਦਰ, ਹੁਣ ਤਾਂ ਮੌਨਸੂਨ ਹੈਗਾ, ਉਹਦਾ ਮਿਊਜ਼ਿਕ 'ਚ ਪਾਣੀ ਖਤਮ ਹੋ ਗਿਆ ਐਂਡ ਉਹਨੇ ਆਪਣੀ ਐਂਬੂਲੈਂਸ ਜਦੋਂ ਖੜੀ ਕੀਤੀ, ਗੱਡੀ ਲਾਸ਼ ਪਈ ਸੀ ਤੇ ਉਹਨੇ ਇਸ ਸਾਈਡ ਤੇ ਗੱਡੀ ਖੜੀ ਕਰਕੇ 4-5 ਸ਼ਾਪ ਸੀਗੀਆਂ ਤੇ ਸਾਡੀ ਗੱਡੀਆਂ ਐਂਬੂਲੈਂਸਾਂ ਦੇ ਅੰਦਰ ਇੱਕ ਪਬਲਿਕ ਅਨਾਉਂਸਮੈਂਟ ਸਿਸਟਮ ਹੁੰਦਾ ਹੈ, ਪੀਏ ਸਿਸਟਮ। ਉਹਨੇ ਉਹਦੇ ਚੋਂ ਮਾਈਕ ਚੋਂ ਸ਼ਾਪਕੀਪਰ ਨੂੰ ਕਿਹਾ ਕਿ ਤੁਸੀਂ ਪਲੀਜ਼ ਇੱਕ ਪਾਣੀ ਦੀ ਬੋਤਲ ਇੱਥੇ ਰੱਖ ਦਿਓ ਤੇ ਮੈਂ ਤੁਹਾਨੂੰ ਪੈਸੇ ਪੇਟੀਐਮ ਕਰ ਦੇਣਾ, ਮੈਂ ਆਪੇ ਚੱਕ ਲਾਂਗਾ, ਮੈਂ ਤੁਹਾਡੇ ਨਾਲ ਕੰਟੈਕਟ ਨਹੀਂ ਬਣਾਵਾਂਗਾ ਫਿਜ਼ੀਕਲ, ਸੋ ਦੈਟ ਯੂ ਆਰ ਆਲਸੋ ਸੇਫ ਐਂਡ ਹੀ ਗੈਟ ਵਾਟਰ। ਪਿੱਛੇ ਲਾਸ਼ ਪਈ ਹੈ ਔਰ ਲਾਸ਼ ਦੇ ਮਤਲਬ ਜੇ ਡੈਥ ਹੋਈ ਜਿਹਦੀ, ਉਹਦੇ ਘਰ ਵਾਲੇ ਸੀਗੇ, ਪਾਣੀ खत्म हो गया। 4-5 शॉप सीगे, किसी ने पानी तक नहीं देता। मैंने फोन आया कि सर ऐसे ऐसे मुझे पानी बहुत ज्यादा प्यास लग रही है, मेरी बॉडी डिहाइड्रेट हो रही है, मैं पसीना पसीना हो रखा हूँ, 5-6 घंटे हो गए उससे आज। मैं क्या, तू शमशान घाट पहुंच, मैं जीपीएस तो ट्रैक की थी लोकेशन 10 मिनट दूर सी जी मेरे तो। मैं फटाफट पानी लिमका बॉटल्स है कि मैं उत्थे पहुंचा। ਉਹਨੇ ਗੱਡੀ ਰੱਬ ਜਾਣੇ ਉਹਨੇ ਕਿਵੇਂ ਗੱਡੀ ਉੱਥੇ ਲਾਈ, ਜਿਵੇਂ ਐਂਬੂਲੈਂਸ ਸ਼ਮਸ਼ਾਨ ਘਾਟ ਖੜੀ ਕੀਤੀ ਉਹਨੇ, ਉਹ ਸਾਡੀ ਐਂਬੂਲੈਂਸ ਹੀ ਬੇਹੋਸ਼ ਹੋ ਗਿਆ। ਮਤਲਬ ਦਿੱਲੀ ਸ਼ਹਿਰ ਦੇ ਅੰਦਰ ਜਿੱਥੇ ਆਪਣੇ ਸਗੇ ਰਿਸ਼ਤੇਦਾਰਾਂ ਦੀ ਲਾਸ਼ ਛੱਡ ਕੇ ਲੋਕੀ ਭੱਜ ਜਾਂਦੇ ਨੇ, ਸਾਡੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਕਰੋਨਾ ਯੋਧਾ ਉਹਨਾਂ ਦੀ ਲਾਸ਼ਾਂ ਚੱਕ ਕੇ ਉਹਨਾਂ ਦਾ ਸੰਸਕਾਰ ਕਰਦੇ ਨੇ ਸਰ। ਉਹਨਾਂ ਦਾ ਵੀ ਪਰਿਵਾਰ ਹੈ, ਉਹਨਾਂ ਦੇ 5-5 6-6 ਸਾਲ ਦੇ ਬੱਚੇ ਹੈਗੇ ਨੇ, ਲੇਕਿਨ ਇਹੋ ਜਿਹੇ ਯੋਧਾ ਨੂੰ ਜੇ ਕੋਈ ਪਾਣੀ ਨਾ ਪੁੱਛੇ, ਪਾਣੀ ਬੰਦਾ ਬੇਹੋਸ਼ ਹੋ ਜਾਏ, ਤੁਸੀਂ ਦੇਖੋ ਅਸੀਂ ਕਿੰਨੀ ਕਰੂਰਤਾ ਵੱਲ ਜਾ ਰਹੇ ਹਾਂ। ਮਤਲਬ ਹਿਊਮੈਨਿਟੀ ਇਜ਼ ਐਟ ਸਟੇਕ। ਇਹ ਸਾਨੂੰ ਸਭ ਤੋਂ ਵੱਡਾ ਇਸ਼ੂ ਹੈਗਾ ਸਰ। ਸੈਕੰਡਲੀ ਇੱਕ ਇਸ਼ੂ ਸਰ ਸਾਨੂੰ ਹੋਰ ਹੈਗਾ, ਜਦੋਂ ਅਸੀਂ ਸੇਵਾ ਕਰ ਰਹੇ ਹਾਂ ਸਰ, ਰੱਬ ਨਾ ਕਰੇ ਕਿਸੇ ਨਾਲ ਕੋਈ ਭਾਵਨੀ ਭਿੜ ਜੇ ਤੇ ਗਵਰਨਮੈਂਟ ਹੈਲਪ ਕਰਦੀ ਹੈ। ਕੋਈ ਗਵਰਨਮੈਂਟ ਸਰਵੈਂਟ, ਬੀ ਇਟ ਅ ਡਾਕਟਰ, ਬੀ ਇਟ ਅ ਨਰਸ, ਅਗਰ ਕੋਈ ਐਸਾ ਕੋਈ ਕੋਵਿਡ ਦੇ ਕਰਕੇ ਉਹਨਾਂ ਨੂੰ ਕੋਈ ਅਨਹੋਣੀ ਹੋ ਜਾਂਦੀ ਹੈ ਤੇ ਉਹਦੀ ਗਵਰਨਮੈਂਟ ਹੈਲਪ ਕਰਦੀ ਹੈ। ਸਾਡੇ ਜਿਹੜੇ ਐਂਬੂਲੈਂਸ ਡਰਾਈਵਰ ਨੇ, ਸਾਡੇ ਜਿਹੜੇ ਐਂਬੂਲੈਂਸ ਦੇ ਵਾਲੰਟੀਅਰ ਨੇ, ਜਿਹੜੇ ਲਾਸ਼ਾਂ ਨੂੰ ਕ੍ਰੀਮੇਟ ਕਰਦੇ ਨੇ, ਸ਼ਮਸ਼ਾਨ ਘਾਟ ਦੇ ਅੰਦਰ ਜਿਹੜੇ ਲਾਸ਼ਾਂ ਨੂੰ ਚੱਕ ਕੇ ਉਹਨਾਂ ਦਾ ਕ੍ਰੀਮੇਸ਼ਨ ਕਰ ਰਹੇ ਨੇ, they are not included in the list of beneficiary being a corona warrior। ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੈ। ਜੇ ਲਾਸ਼ ਜਲਾਉਂਦੇ ਹੋਏ ਅੱਜ ਕੋਈ ਸ਼ਮਸ਼ਾਨ ਘਾਟ ਦੇ ਅੰਦਰ ਕੋਈ ਪੰਡਤ ਅੰਦਰ ਮਰ ਜੇ, ਜਾਂ ਫਿਰ ਕੋਈ ਭਾਈ ਜੀ ਹੈਗੇ ਨੇ ਅੰਦਰ ਜੋ ਅਰਦਾਸ ਕਰਾਉਣ ਆਏ ਨੇ, ਜਾਂ ਫਿਰ ਕੋਈ ਐਸਾ ਹੈਲਪਰ ਹੈਗਾ ਸ਼ਮਸ਼ਾਨ ਘਾਟ ਦੇ ਅੰਦਰ ਜੇ ਉਹਦੀ ਡੈਥ ਹੋ ਜਾਏ, ਜੇ ਸਾਡੇ ਐਂਬੂਲੈਂਸ ਦੇ ਡਰਾਈਵਰ ਦੀ ਵਾਲੰਟੀਅਰ ਦੀ ਰੱਬ ਨਾ ਕਰੇ ਕੋਈ ਉਹਨੂੰ ਭਾਵਨੀ ਭਿੜ ਜਾਏ, ਅਸੀਂ ਤਾਂ ਆਪਦੀ ਹੈਲਪ ਕਰਦੇ ਹਾਂ, ਲੇਕਿਨ ਗਵਰਨਮੈਂਟ ਵੱਲੋਂ ਕੋਈ ਹੈਲਪ ਨਹੀਂ ਹੈਗੀ। ਤੇ ਇਹਨਾਂ ਦੀ ਜਿਹੜੀ ਸਰਵਿਸਿਜ਼ ਨੇ, ਜਿਹੜੇ ਨੌਨ ਗਵਰਨਮੈਂਟ ਆਰਗੇਨਾਈਜੇਸ਼ਨਸ ਹੈਗੀਆਂ ਨੇ, ਜਿਹੜਾ ਐਕਚੁਅਲੀ ਦੇ ਆਰ ਬਿਲਡਿੰਗ ਬਲੌਕ, ਉਹਨਾਂ ਨੂੰ, ਉਹਨਾਂ ਦੇ ਕੋਰੋਨਾ ਵਾਰੀਅਰਸ ਨੂੰ ਕਿਤੇ ਨਾ ਕਿਤੇ ਮੈਂ ਕਹਿਣਾ ਚਾਹਾਂਗਾ ਇਸ ਵਾਰ ਜੋ ਨਿਗਲੈਕਟ ਕੀਤਾ ਗਿਆ ਹੈ। ਸਿਰਫ ਜਿਹੜੇ ਸਰਵਿਸ, ਗਵਰਨਮੈਂਟ ਸਰਵਿਸ ਲੋਕ ਹੈਗੇ ਨੇ, ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ, ਐਨਜੀਓਜ਼ ਨੂੰ ਦਿੱਲੀ ਸ਼ਹਿਰ ਦੇ ਅੰਦਰ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ, ਡਿਸਪਾਈਟ ਦੇ ਆਰ ਵਰਕਿੰਗ ਡਬਲ than the government officers and the government servants and without getting paid। सैलरी पे काम नहीं कर रहे सर, सरकारी जड़े बंदे काम कर रहे हैं, उन्होंने सैलरी भी मिल रही है, लेकिन एनजीओ थी, कोई एनजीओ लंगर दे रही है, साडी एनजीओ जिवें लाशा की सेवा कर रही है, पेशेंट की सेवा कर रही है, ते ऐसी कोई ऐसा सिस्टम गवर्नमेंट ने नहीं बनाया कि जे इन्हां नाल कोई अनहोनी हो जाए, ਜਿਹੜੇ ਯੋਧਾ ਵੋਲੰਟਰੀਲੀ ਕੰਮ ਕਰ ਰਹੇ ਨੇ, ਬਿਨਾਂ ਪੈਸੇ ਲਿੱਤੇ ਕੰਮ ਕਰ ਰਹੇ ਨੇ, ਇਹਨਾਂ ਦੇ ਲਈ ਕੋਈ ਸੇਫਟੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਸੁਣਨ ਚ ਆਇਆ ਸੀ ਕਿ ਤੁਹਾਡੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹੋਣਾ ਨੇ ਵੀ ਤੁਹਾਨੂੰ ਐਪਰੀਸ਼ੀਏਟ ਕੀਤਾ। ऐसा कोई रिकॉर्ड ਸਾਡੇ ਕੋਲ ਤਾਂ ਨਹੀਂ ਹੈ, ਬਟ ਯੈਸ ਕਪਲ ਆਫ ਪੀਪਲ ਆਰ ਐਪਰੀਸ਼ੀਏਟਡ ਅਸ। ਨਹੀਂ, ਮੇਰਾ ਕੁਐਸਚਨ ਇਹ ਸੀ ਕਿ ਜਦੋਂ ਕਿਤੇ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਤੁਸੀਂ ਉਹਨਾਂ ਦੇ ਅੱਗੇ ਸਵਾਲ ਰੱਖਿਆ ਕਿ ਜਿਸ ਤਰੀਕੇ ਨਾਲ ਤੁਸੀਂ ਇਹ ਆਪਣਾ ਸੇਵਾ ਦਲ ਚਲਾ ਰਹੇ ਹੋ, ਓਬਵੀਅਸ ਕਿ ਹਰ ਦਿਨ ਕੰਮ ਕਰਨਾ, ਐਂਬੂਲੈਂਸ ਚੱਲਣੀਆਂ, ਤੇ ਜਿਸ ਤਰੀਕੇ ਨਾਲ ਤੁਸੀਂ ਪਾਣੀ ਤੇ ਹੋਰ ਲੋੜੀਂਦੀਆਂ ਚੀਜ਼ਾਂ ਜੋ ਵੀ ਤੁਸੀਂ ਕਰਦੇ ਹੋ, ਉਹਦੇ ਮਗਰ ਇੱਕ ਖਰਚਾ ਹੁੰਦਾ ਹੈ। ਇਹ ਖਰਚਾ ਕੌਣ ਚਲਾਉਂਦਾ ਹੈ, ਕਿੱਥੋਂ ਆਉਂਦਾ ਹੈ, ਤੇ ਜੇ ਗੌਰਮੈਂਟ ਤੁਹਾਡੀ ਸਹਾਇਤਾ ਨਹੀਂ ਕਰੇਗੀ ਤੇ ਕਿਸ ਤਰੀਕੇ ਨਾਲ ਇਹ ਸਾਰਾ ਚੱਲੇਗਾ? ਸਰ, ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕਿਹਾ ਦਿੱਲੀ ਦੇ ਸੀਐਮ ਨੇ ਸਾਨੂੰ ਐਪਰੀਸ਼ੀਏਟ ਕੀਤਾ, ਸਾਨੂੰ ਕੋਈ ਐਸ ਪਰ ਦਾ ਰਿਕਾਰਡ ਨਾ ਕੋਈ ਫੋਨ ਕਾਲ ਹੈ, ਕੋਈ ਆਫੀਸ਼ੀਅਲੀ ਕੁਝ ਨਹੀਂ ਹੈ, देयर इज नो सच ਕਮਿਊਨੀਕੇਸ਼ਨ। ਐਸਾ ਸਾਨੂੰ ਉਹਨਾਂ ਦੇ ਵੱਲੋਂ ਕੋਈ ਸਾਡੀ ਕਮਿਊਨੀਕੇਸ਼ਨ ਨਹੀਂ ਸਾਨੂੰ ਮਿਲੀ। ਹਾਂ, ਸਾਨੂੰ ਕਈ ਲੋਕਾਂ ਦੇ, ਸਾਨੂੰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦੇਸ਼ ਦੇ ਜਿਹੜੇ ਉਪ ਰਾਸ਼ਟਰਪਤੀ ਹੈਗੇ ਨੇ, ਵੈਂਕਈਆ ਨਾਇਡੂ ਜੀ, ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ। ਬਾਲੀਵੁੱਡ ਐਕਟਰ ਹੈਗੇ ਨੇ ਮਨੋਜ ਕੁਮਾਰ, ਐਂਡ देयर आर लॉट ऑफ सेलिब्रिटीज दैट ਐਪਰੀਸ਼ੀਏਟਡ ਆवर ਕੌਜ਼। ਇਸ ਤੋਂ ਇਲਾਵਾ ਜਿਹੜੇ ਇੰਡੀਆ ਦੇ ਹੈਲਥ ਮਿਨਿਸਟਰ ਹੈਗੇ ਨੇ, ਉਹਨਾਂ ਦਾ ਵੀ ਸਾਨੂੰ ਫੋਨ ਆਇਆ ਸੀ। ਦਿੱਲੀ ਦੇ ਸੀਐਮ ਦਾ ਕੋਈ ਫੋਨ ਐਸਾ ਨਹੀਂ ਆਇਆ।
ਮਗਰ ਪੈਸੇ ਦੀ ਜਾਂ ਗ੍ਰਾਂਟ ਦੀ ਕਿਸੇ ਨੇ ਮਦਦ ਨਹੀਂ ਕੀਤੀ ਕਿ ਜਿਹੋ ਜਿਹਾ ਤੁਸੀਂ ਕੰਮ ਕਰ ਰਹੇ ਹੋ, ਕਿਉਂਕਿ ਅਸੀਂ ਦੇਖਿਆ ਕਿ ਤੁਸੀਂ ਗਰੀਬ ਲੋਕਾਂ ਦੀ, ਜਿਹੜੇ ਗਰੀਬ ਲੋਕ ਨਹੀਂ ਕਰ ਪਾ ਰਹੇ, ਹਜੇ ਕੱਲ ਪਰਸੋਂ ਹੀ ਤੁਸੀਂ ਇੱਕ 12 ਸਾਲ ਦੀ ਬੱਚੀ ਦਾ ਤੁਸੀਂ ਸੰਸਕਾਰ ਕੀਤਾ, ਜਿਹਨੇ ਉਹ ਥੋੜਾ ਜਿਹਾ ਤੁਸੀਂ 1 ਮਿੰਟ ਲਈ ਉਹ ਦੱਸੋ ਕੀ ਸੀਗਾ ਉਹ? ਸਰ ਇੱਕ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਸਾਨੂੰ ਕੋਈ ਨਾ ਤਾਂ ਅਸੀਂ ਗ੍ਰਾਂਟ ਦਿੱਤੀ ਅੱਜ ਤੱਕ, ਨਾ ਅੱਗੇ ਲਾਵਾਂਗੇ। ਸਾਨੂੰ ਲੋਕੀ ਜੇ ਹੈਲਪ ਕਰਦੇ ਨੇ, ਸਾਨੂੰ ਕਈ ਕਾਲਸ ਆਉਂਦੇ ਨੇ, ਇਟ ਇਜ਼ ਅ ਬਿਗ ਆਰਗੇਨਾਈਜੇਸ਼ਨ, ਸਾਨੂੰ ਕਾਲ ਆਉਂਦੇ ਨੇ ਕਿ ਅਸੀਂ ਆਪਣਾ ਦਸਵੰਧ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਹਾਂਜੀ ਜਾਂ ਕੋਈ ਸੇਵਾ ਕਰਨਾ, ਤੇ ਅਸੀਂ ਪੁੱਛ ਲੈਂਦੇ ਹਾਂ ਕਿ ਤੁਸੀਂ ਪੇਸ਼ੈਂਟ ਲਈ ਯੂਜ਼ ਕਰਨਾ ਚਾਹੁੰਦੇ ਹੋ ਜਾਂ ਡੈਡ ਬੋਡੀ ਵਾਸਤੇ। ਫॉर एग्जांपल देयर इज दिस लेडी हु कॉल्ड मी 2 दिन पहला मेरे टीम ਨੂੰ ਫੋਨ ਆਇਆ ਕਿ ਮੈਂ ਇੱਕ ਡੈਡ ਬੋਡੀ ਦਾ ਕ੍ਰੀਮੇਸ਼ਨ ਮੈਂ ਬੇਅਰ ਕਰਨਾ ਚਾਹੁੰਦੀ ਹਾਂ, ਤੇ ਉਹਨਾਂ ਨੇ ਸਾਨੂੰ ਜਿਹੜਾ ਅਮਾਉਂਟ ਸੀਗਾ ਉਹ ਟ੍ਰਾਂਸਫਰ ਕੀਤਾ। ਉਸ ਅਮਾਉਂਟ ਨੂੰ ਅਸੀਂ ਯੂਜ਼ ਕਰਕੇ ਉਸ 12 ਸਾਲ ਦੀ ਬੱਚੀ, ਮੈਂ ਤੁਹਾਨੂੰ ਦੱਸ ਦੇਣਾ, ਜਿਹੜਾ ਸੰਸਕਾਰ ਕਰਾਇਆ ਸਰ 12 ਸਾਲ ਦੀ ਬੱਚੀ ਸੀਗੀ, ਉਹਨੂੰ ਕੋਵਿਡ ਦੇ ਸਿੰਪਟਮ ਸੀਗੇ, ਸ਼ੀ ਵਾਸ ਟੇਕਨ ਟੂ ਦ ਹਸਪੀਟਲ। ਸਰਕਾਰੀ ਹਸਪਤਾਲ ਦਾ ਤਾਂ ਵੈਸੇ ਹੀ ਬੜਾ ਬੁਰਾ ਹਾਲ ਹੈ ਦਿੱਲੀ ਸ਼ਹਿਰ, ਬੁਰਾ ਹਾਲ ਹੈ, ਵੀਡੀਓਜ਼ ਦੇਖੀਆਂ ਹੋਣੀਆਂ, ਮਤਲਬ ਸਾਡੀ ਕਿੰਨੇ ਪੇਸ਼ੈਂਟਸ ਤਾਂ ਸਾਡੀ ਐਂਬੂਲੈਂਸ 'ਚ ਹੀ ਮਰ ਗਏ। ਦਿੱਲੀ ਸਰਕਾਰ ਦੇ ਹਸਪਤਾਲ ਦਾ ਬਹੁਤ ਹੀ ਬੁਰਾ ਹਾਲ ਹੈ ਨਾ, ਐਂਡ ਦੈਟ ਵਾਸ ਦੀ ਓਨਲੀ ਰੀਜ਼ਨ ਮੈਂ ਹਸਪਤਾਲ ਨਹੀਂ ਗਿਆ ਜਦੋਂ ਮੈਨੂੰ ਕੋਵਿਡ ਆਇਆ, ਕਿਉਂਕਿ ਮੈਨੂੰ ਸੀਗਾ ਮੈਂ ਘਰ ਮਾਰ ਜਾਣਾ, ਮੈਂ ਬਾਹਰ ਨਹੀਂ ਜਾਵਾਂਗਾ ਹਸਪਤਾਲ। ਆਈ ਡੋਨਟ ਵਾਂਟ ਟੂ ਗੋ ਬਿਕਾਜ਼ ਆਈ ਹੈਵ ਸੀਨ ਦ ਸਿਨੈਰੀਓ ਦੇयर। ਉਹ ਬੱਚੀ ਨੂੰ ਅਸੀਂ ਲੈ ਕੇ ਗਏ ਸਰ, ਹਸਪਤਾਲ ਐਡਮਿਟ ਕਰਾਇਆ, ਇਹਨੂੰ ਕੁਝ ਕਰਦੇ ਟੈਸਟ ਹੋਇਆ, ਥਿੰਗਸ ਰੋਲਡ, ਸ਼ੀ ਡਾਈਡ, ਡੈਥ ਹੋ ਗਈ ਸਰ। ਉਹਦਾ ਫੈਮਿਲੀ ਦਾ ਫੋਨ ਆਇਆ ਸਾਨੂੰ ਕਿ ਸਾਨੂੰ ਬਾਅਦ ਪਤਾ ਲੱਗਿਆ ਸਰ ਉਸ ਬੱਚੀ ਦੀ ਮਾਂ ਵੀ ਨਹੀਂ ਸੀ, ਮਾਂ ਵੀ ਨਹੀਂ ਸੀ। she was an orphan and she didn't have her mother and ਉਹਦੇ ਘਰ ਵਾਲੇ ਨੇ ਸਾਨੂੰ फोन किया कि बच्ची की डेथ हो गई है जी और हमारे पास बॉडी है, आप दाह संस्कार करवा देंगे, हमारे पास पैसे नहीं है। ਅਸੀਂ ਗਏ, ਤੁਸੀਂ ਇਮੇजिन करो अस्पताल के बाहर स्ट्रेचर ते लाश लेके खड़ा बच्ची की, कहता पैसे नहीं है जी आप, एम्बुलेंस लेके गए, ਅਸੀਂ ਉਹਦਾ ਗੁੜੀਆ ਦਾ ਸੰਸਕਾਰ ਕੀਤਾ। ਵਾਅਦੇ ਤਾਂ ਬਹੁਤ ਵੱਡੇ ਵੱਡੇ ਲੋਕ ਕਰਦੇ ਨੇ ਸਰ। ਹੁਣ ਮੈਂ ਲਾਸਟ ਦੇ ਉੱਤੇ ਕੁਝ ਜ਼ਿਆਦਾ ਨਹੀਂ, ਮਗਰ ਇਹ ਤੁਹਾਨੂੰ ਜ਼ਰੂਰ ਕਵਾਂਗਾ ਕਿ ਜਿਹੜੇ ਸਾਡੇ ਇੱਥੇ ਦੇ ਬਾਹਰ ਦੇ ਦੇਖਣ ਵਾਲੇ ਦਰਸ਼ਕ ਹੈਗੇ ਨੇ, ਅਗਰ ਤੁਸੀਂ ਚਾਹੋ ਤੇ ਤੁਸੀਂ ਅਪੀਲ ਕਰ ਸਕਦੇ ਹੋ, ਜਿਹੜਾ ਤੁਹਾਡੇ ਨਾਲ ਅਗਰ ਕੋਈ ਬੰਦਾ ਜੁੜਨਾ ਚਾਹਵੇ ਉਹ ਕਿਸ ਤਰੀਕੇ ਨਾਲ ਤੁਹਾਡੇ ਨਾਲ ਜੁੜ ਸਕਦਾ। ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਲੋਕਾਂ ਦਸਵੰਧ ਕੱਢਦੇ ਨੇ, ਉਹ ਲਗਾਉਣਾ ਚਾਹੁੰਦੇ ਨੇ ਇਹੋ ਜਿਹੇ ਕੰਮਾਂ ਤੇ ਜਿੱਥੇ ਮਨੁੱਖਤਾ ਦਾ ਕੋਈ ਕੰਮ ਹੋਵੇ, ਤੇ ਜੇਕਰ ਉਹ ਤੁਹਾਡੇ ਨਾਲ ਜੁੜਨਾ ਚਾਹੁਣ ਤਾਂ ਉਹ ਕਿਸ ਤਰੀਕੇ ਨਾਲ ਤੁਹਾਡੇ ਨਾਲ ਜੁੜ ਸਕਦੇ? ਸਾਡੀ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਆਲਰੇਡੀ ਲੋਕੀ ਸਾਨੂੰ ਸਪੋਰਟ ਕਰ ਰਹੇ ਨੇ ਸਰ। ਸਾਡੇ ਕੋਲ 12 ਐਂਬੂਲੈਂਸਾਂ ਸੀਗੀਆਂ, ਘੱਟ ਪੈ ਗਈਆਂ ਲਾਸ਼ਾਂ ਵਾਸਤੇ, 6 ਐਂਬੂਲੈਂਸਾਂ ਲੋਕਾਂ ਨੇ ਸਾਨੂੰ ਡੋਨੇਟ ਕੀਤੀਆਂ, ਹੁਣ 18 ਐਂਬੂਲੈਂਸਾਂ ਨੇ ਸਾਡੇ ਕੋਲ, 18 ਐਂਬੂਲੈਂਸ ਦੀ ਸੇਵਾ ਕਰ ਰਹੀਆਂ। ਲੇਕਿਨ ਕਿਉਂਕਿ ਅਸੀਂ ਐਕਸਪੈਂਡ ਕਰ ਰਹੇ ਹਾਂ, ਅਸੀਂ ਦਿੱਲੀ NCR ਅੱਗੇ ਸਰਵਿਸ ਵਧਾ ਰਹੇ ਹਾਂ, ਤੇ ਸਾਨੂੰ ਹੋਰ ਐਂਬੂਲੈਂਸਾਂ ਦੀ ਲੋੜ ਹੈ। ਸਾਡੀ ਐਂਬੂਲੈਂਸ ਸਰ ਅਸੀਂ ਬਹੁਤ ਡਿਫਰੈਂਟਲੀ ਵਰਕ ਕਰਨੇ ਆ, ਬਿਕਾਜ਼ I am an MSc in disaster management, मैं इंग्लैंड ਤੋਂ ਕੀਤੀ ਆਪਣੀ MSc। ਮੈਂ ਸਿਸਟਮ ਥੋੜਾ ਡਿਫਰੈਂਟ ਤਰੀਕੇ ਨਾਲ ਵਰਕ ਕਰਨਾ। ਮੇਰਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਸੈੱਲ ਹੈ, ਸਾਰੀ ਟੀਮ ਸਾਡੀ ਹੈਗੀ ਆ, ਉਹ ਫੁੱਲੀ ਇਕਵਿਪਡ ਹੈਗੀ ਹੈ। ਸਾਡੀ ਐਂਬੂਲੈਂਸ ਦੇ ਅੰਦਰ ਤੁਹਾਨੂੰ ਸਿਰਫ ਐਂਬੂਲੈਂਸ ਨਹੀਂ ਮਿਲੇਗੀ, ਸਾਡੀ ਐਂਬੂਲੈਂਸ ਦੇ ਅੰਦਰ ਤੁਹਾਨੂੰ ਆਟੋਮੇਟਿਡ ਐਕਸਟਰਨਲ ਡਿਫਿਬ੍ਰਿਲੇਟਰ, ਜਿਹੜਾ ਕਿ CPR ਦਾ ਇਕਵਿਪਮੈਂਟ ਹੈਗਾ, ਉਹ ਮਿਲੇਗਾ। ਉਹ ਆਪਣੇ ਆਪ 2-2.5 ਲੱਖ ਰੁਪਏ ਦਾ ਇਕਵਿਪਮੈਂਟ ਹੈਗਾ, ਜਿਹੜਾ ਕਿ ਹਾਰਟ ਸਟਾਰਟ ਕਰਦੇ ਰਿਵਾਈਵ ਕਰ ਸਕਦਾ ਹੈ ਹਾਰਟ ਨੂੰ। Edge equipments, oxygen cylinders, hydraulic stretchers, BP apparatus, everything ਸਾਡੀ ਜਿਹੜੀ ਐਂਬੂਲੈਂਸਾਂ ਨੇ ਫੁੱਲੀ ਲੋਡਡ ਹੁੰਦੀਆਂ ਨੇ, ਕਿਉਂਕਿ ਸਾਰੀਆਂ ਫ੍ਰੀ ਸੇਵਾ ਕਰਦੀਆਂ ਸਰ। ਐਡਮਿਨਿਸਟ੍ਰੇਸ਼ਨ ਜਿਹੜੀ ਚੀਜ਼ ਭੇਜਦੀ ਹੈ, ਉਹ ਤਾਂ ਫਾਰਮੈਲਿਟੀ ਕਰਦੀ ਹੈ। ਹੁਣ ਇੱਕ ਕਾਰਡੀਅਕ ਅਰੈਸਟ ਦੇ ਪੇਸ਼ੈਂਟ ਨੂੰ ਤੁਸੀਂ ਖਾਲੀ ਐਂਬੂਲੈਂਸ ਭੇਜਦੀ, ਖੋਖਾ ਹੈਗਾ ਉਹਦੇ ਗੱਡੀ, ਉਹ ਤਾਂ ਗੱਡੀ 'ਚ ਮਰ ਜਾਏਗਾ। ਹਾਂ, ਪਿੱਛੇ ਜੇ ਪੰਜਾਬ ਦੀ ਇੱਕ ਐਂਬੂਲੈਂਸ ਨੇ ਵਰਲਡ ਵਾਈਡ ਚੰਗਾ ਪ੍ਰਚਾਰ ਕੀਤਾ, ਪੰਜਾਬ ਦਾ ਬੜਾ ਅੱਛਾ ਚਿਹਰਾ ਦਿਖਾਇਆ ਸੀ ਉਹਨੇ। ਤੇ ਮੈਂ ਉਹੀ ਕਹਿ ਰਿਹਾ ਕਿ ਅਸੀਂ ਬਹੁਤ ਗਰਾਊਂਡ ਲੈਵਲ ਤੇ ਵਰਕ ਕਰਨੇ ਆ ਸਰ। ਜੇ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ, ਮੇਰੀ ਇੰਨੀ ਬੇਨਤੀ ਹੈ, ਜਿਹੜੀ ਕੋਈ ਪੇਸ਼ੈਂਟਾਂ ਦੀ ਸੇਵਾ ਕਰਨਾ ਚਾਹੁੰਦੇ ਨੇ, ਬੀ ਇਟ ਇਨ ਦ ਟਰਮਸ ਆਫ ਐਂਬੂਲੈਂਸ, ਸਾਨੂੰ ਐਂਬੂਲੈਂਸ ਪ੍ਰੋਵਾਈਡ ਕਰਾ ਸਕਦੇ ਨੇ ਜੇ ਕੁਝ ਲੋਕ ਮਿਲ ਕੇ, ਜਾਂ ਕੋਈ ਵੀ ਜੇ ਕਰਨਾ, ਹਾਂ ਜਿੱਦਾਂ ਵੀ, ਹਾਂ, ਵੀ ਵਿਲ ਪੁੱਟ ਦੈਟ ਟੂ ਦ ਯੂਜ਼ ਆਫ ਜਨਰਲ ਪਬਲਿਕ ਜਿਹਨਾਂ ਨੂੰ ਲੋੜ ਹੈਗੀ ਹੈ। ਉਸ ਤੋਂ ਬਾਅਦ ਸਰ ਜਿਹੜੇ ਲਾਸ਼ਾਂ ਦੀ ਸੇਵਾ ਕਰਨਾ ਚਾਹੁੰਦੇ ਨੇ, ਡੈਡ ਬੋਡੀਜ਼ ਦੀ,
ਇਹੋ ਜਿਹੇ ਲੋਕੀ ਮੈਨੂੰ ਫੋਨ ਕਰਦੇ ਨੇ ਕਿ ਕੋਈ जैसे 5 डेड बॉडीज का दाह संस्कार खर्चा हम उठा लेंगे जी। ਤੇ ਅਸੀਂ ਸਾਡੀ 1 ਮਹੀਨੇ ਦੇ ਅੰਦਰ 20 25 30 ਵੀ ਹੋ ਜਾਂਦੀਆਂ ਨੇ ਡੈਡ ਬੋਡੀਜ਼, ਜਿਹਨਾਂ ਦਾ ਕੋਈ ਨਹੀਂ ਹੁੰਦਾ, ਤੇ ਅਸੀਂ ਕਰਾਉਂਦੇ ਹਾਂ ਜੀ। ਤੇ ਹੁਣ ਤਾਂ ਕੋਵਿਡ ਦੇ ਟਾਈਮ ਤੇ ਤਾਂ ਗ੍ਰਾਫ ਬਹੁਤ ਉੱਤੇ ਚਲਾ ਗਿਆ ਹੈ। ਤੇ ਡੈਡ ਬੋਡੀ ਦੀ ਸੇਵਾ ਵਾਸਤੇ ਵੀ ਤੁਸੀਂ ਸਾਨੂੰ ਹੈਲਪ ਕਰ ਸਕਦੇ ਹੋ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਦਸਵੰਤ ਹੈ ਉਹ ਕਿਸੇ ਦੀ ਡੈਡ ਬੋਡੀ ਨੂੰ ਕ੍ਰੀਮੇਟ ਕਰਨ ਦੇ ਕੰਮ ਆਏ, ਕਿਸੇ ਦਾ ਅੰਤਿਮ ਸੰਸਕਾਰ ਕਰਨ ਦੇ ਕੰਮ ਆਏ, ਉਹਦੇ ਵਾਸਤੇ ਵੀ ਹੈਲਪ ਕਰ ਸਕਦੇ ਨੇ। ਇਸ ਤੋਂ ਬਾਅਦ ਸਰ, ਜਦੋਂ ਸਾਡੇ ਕੋਲ ਅਸਥੀਆਂ ਇਕੱਠੀ ਹੋ ਜਾਂਦੀਆਂ ਨੇ, ਫੁੱਲ ਕਹਿੰਦੇ ਨੇ ਜਿਹਨੂੰ, ਜਦੋਂ ਸਾਡੇ ਕੋਲ 50 ਡੈਡ ਬੋਡੀਜ਼ ਦੀ ਫੁੱਲ ਇਕੱਠੇ ਹੋ ਜਾਂਦੇ ਨੇ, ਜਿਹੜੀ ਲਾਵਾਰਿਸ ਹੁੰਦੀਆਂ ਨੇ ਜਾਂ ਫਿਰ ਘਰ ਵਾਲੇ ਛੱਡ ਕੇ ਭੱਜ ਗਏ, ਇਹੋ ਜਿਹੇ ਲਾਸ਼ਾਂ ਦੇ ਡੈਡ ਬੋਡੀਜ਼ ਦੇ ਜਿਹੜੇ ਫੁੱਲ ਬਚ ਜਾਂਦੇ ਨੇ, ਉਹਨਾਂ ਨੂੰ ਅਸੀਂ ਫਿਰ ਪ੍ਰਵਾਹਿਤ ਕਰਨ ਲੈ ਕੇ ਜਾਂਦੇ ਹਾਂ ਹਰਿਦੁਆਰ, ਗੰਗਾ ਜੀ। ਇਹ ਸਾਡੀ ਸਰਵਿਸ ਹੈਗੀ ਹੈ। ਜੇ ਕੋਈ ਆਪਣਾ ਦਸਵੰਤ ਇਹੋ ਜਿਹੇ ਪ੍ਰੈਕਟੀਕਲ ਕੰਟੈਂਟ ਵਾਸਤੇ ਯੂਜ਼ ਕਰਨਾ ਚਾਹੁੰਦੇ ਨੇ ਸਰ, ਦੇ ਆਰ ਮੋਸਟ ਵੈਲਕਮ। ਸਰ ਲੋਕੀ ਮੈਂ ਦੇਖਿਆ ਹੈ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਲੋਕੀ ਆਪਣਾ ਕੰਟਰੀਬਿਊਸ਼ਨ ਇਹੋ ਜਿਹੀ ਜਗ੍ਹਾ ਤੇ ਵੀ ਲਾ ਦਿੰਦੇ ਜਿੱਥੇ ਲੋੜ ਹੀ ਨਹੀਂ ਹੈ। ਇਹ ਨਹੀਂ, ਹੁਣ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਨਾ, ਹੁਣ ਉਹ ਪ੍ਰੈਕਟੀਕਲ ਦੇਖਦੀ ਪਈ ਹੈ। ਪ੍ਰੈਕਟੀਕਲੀ ਉਹ ਚਾਹੁੰਦੀ ਹੈ ਕਿ ਜਦ ਮੈਂ ਆਪਣੇ ਹੱਥੀ ਦੇਵਾਂ ਜਾਂ ਮੈਂ ਉਹਨਾਂ ਜਗ੍ਹਾ ਦੇ ਉੱਤੇ ਦੇਵਾਂ ਜਿੱਥੇ ਉਹਨੂੰ ਨਜ਼ਰ ਆ ਰਿਹਾ ਹੈ। ਅੰਧ ਵਿਸ਼ਵਾਸ ਦੇ ਉੱਤੇ ਹੁਣ ਲੋਕੀ ਥੋੜਾ ਜਿਹਾ ਘਟ ਗਏ ਨੇ, ਕਿ ਜਿਹੜਾ ਅੱਗੇ ਹੁੰਦਾ ਸੀ ਕਿ ਆਪਣੇ ਮਨ 'ਚ ਹੀ ਬਣਾ ਲਿਆ ਵੀ ਮੈਂ ਉੱਥੇ ਜਾ ਕੇ ਚਾੜ ਦਿਆਂਗਾ, ਮੇਰਾ ਏਦਾਂ ਹੈ। ਹੁਣ ਉਹ ਥੋੜਾ ਜਿਹੀਆਂ ਚੀਜ਼ਾਂ ਘਟ ਗਈਆਂ, ਹੁਣ ਜੁੜਨਾ ਚਾਹੁੰਦੇ ਨੇ। ਇਸ ਲਈ ਮੈਂ ਤੁਹਾਨੂੰ ਪੁੱਛਿਆ, ਕਿਉਂਕਿ ਇੱਥੇ ਵੀ ਆਸਟ੍ਰੇਲੀਆ 'ਚ ਬਾਹਰ ਕਾਫੀ ਲੋਕ ਹੁੰਦੇ ਨੇ ਜਿਹੜੇ ਕਿ ਦੇਖਦੇ ਨੇ ਵੱਖੋ ਵੱਖਰੀਆਂ ਇਹੋ ਜਿਹੀਆਂ, ਜਿਹੋ ਜਿਹੀਆਂ ਤੁਹਾਡੇ ਵਰਗੀਆਂ ਸੰਸਥਾਵਾਂ ਹੁੰਦੀਆਂ ਜਿਹੜੀਆਂ ਕੰਮ ਕਰਦੀਆਂ ਲੋਕਾਂ ਨਾਲ ਡਾਇਰੈਕਟਲੀ, ਤੇ ਉਹ ਓਬਵੀਅਸਲੀ ਲੱਭਦੇ ਨੇ ਵੀ ਇਸ ਵਾਰੀ ਅਸੀਂ ਕਿੱਥੇ ਭੇਜੀਏ ਜਾਂ ਕਿੱਦਾਂ ਕਰੀਏ। ਤੇ ਮੈਨੂੰ ਇਹ ਉਮੀਦ ਹੈ ਕਿ ਜਦੋਂ ਤੁਸੀਂ ਆਪਣਾ ਕੋਈ ਅਕਾਊਂਟ ਨੰਬਰ ਜਾਂ ਡਿਟੇਲ, ਕੋਈ ਈਮੇਲ ਆਈਡੀ ਜਾਂ ਜਿੱਦਾਂ ਵੀ ਤੁਸੀਂ ਆਪਣੀ ਕੋਈ ਇੱਥੇ ਦਿਓਗੇ, ਅਸੀਂ ਇਹਦੇ ਨਾਲ ਲਿੰਕ ਕਰ ਦਿਆਂਗੇ ਉਹਨੂੰ। ਤੇ ਜਿਹੜੇ ਵੀ ਲੋਕੀ ਆਪਣਾ ਦਸਵੰਧ ਜਾਂ ਜੋ ਵੀ ਭੇਟਾ ਕਰਨਾ ਚਾਹਣ, ਉਹ ਤੁਹਾਨੂੰ ਜ਼ਰੂਰ ਜੁੜਨਗੇ ਇਹਦੇ ਨਾਲ। ਮੈਂ ਉਹੀ ਕਹਿ ਰਿਹਾ ਕਿ ਜੇ ਲੋਕੀ ਪੇਸ਼ੈਂਟਸ ਦੇ ਲਈ ਜਾਂ ਡੈਡ ਬੋਡੀਜ਼ ਦੇ ਲਈ ਸੇਵਾ ਦੇਣਾ ਚਾਹੁੰਦੇ ਨੇ, ਦੇ ਕੈਨ ਡ੍ਰੌਪ ਐਨ ਈਮੇਲ। ਸਾਡਾ ਆਰਗੇਨਾਈਜੇਸ਼ਨ ਦਾ ਹੈਗਾ help@sbsfoundation.org, help@sbsfoundation.org। ਔਰ ਉਹਦੇ ਵਿੱਚ ਮੈਂਸ਼ਨ ਕਰ ਦੇਣ ਪਲੀਜ਼ ਕਿ ਮੇਰਾ ਜਿਹੜਾ ਇਹ ਕੰਟਰੀਬਿਊਸ਼ਨ ਹੈਗਾ ਉਹ ਪੇਸ਼ੈਂਟ ਲਈ ਯੂਜ਼ ਕਰਨਾ ਹੈ ਜਾਂ ਡੈਡ ਬੋਡੀ ਲਈ ਯੂਜ਼ ਕਰਨਾ ਹੈ। ਉਹਦੇ ਵਿੱਚ ਮੈਂਸ਼ਨ ਕਰ ਦਿੰਦੇ ਨੇ, ਤੇ ਉਹਨਾਂ ਦਾ ਜਿਹੜਾ ਦਸਵੰਤ ਹੈ ਜਾਂ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ ਟ੍ਰਾਂਸਪੇਰੈਂਟਲੀ ਉਸੇ ਚੀਜ਼ ਵਾਸਤੇ ਯੂਜ਼ ਹੋਏ। ਮਗਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਇਹਦੇ ਨਾਲ ਪੰਜਾਬੀਆਂ ਦਾ ਨਹੀਂ ਕਰ ਲਈ, ਸਿਰਫ ਇਹ ਇਨਸਾਨੀਅਤ ਦਾ ਮਾਣ ਬਹੁਤ ਉੱਚਾ ਹੋਇਆ। ਕਿਉਂਕਿ ਜਿੱਥੇ ਮਾਵਾਂ ਨੇ ਪੁੱਤ ਜਿਹੜੇ ਆਪਣੀ ਮਾਵਾਂ ਨੂੰ ਭੁੱਲ ਗਏ, ਪਿਓ ਕਈ ਪੁੱਤਾਂ ਨੂੰ ਭੁੱਲ ਗਏ, ਪੁੱਤ ਪਿਓਾਂ ਨੂੰ ਮਿਲ ਗਏ, ਰਿਸ਼ਤੇਦਾਰੀਆਂ ਇੱਥੇ ਖਤਮ ਹੋ ਗਈਆਂ। ਕੋਵਿਡ ਨੇ ਇੱਕ ਵਾਰੀ ਸਭ ਨੂੰ ਜਗ ਜ਼ਾਹਰ ਕਰ ਦਿੱਤਾ ਵੀ ਰਿਸ਼ਤੇਦਾਰੀਆਂ ਕਿੱਥੇ ਖਲੋਤੀਆਂ ਸਨ, ਖੂਨ ਕਿੱਥੇ ਖਲੋਤੇ ਸਨ। ਜਿੰਨਾ ਖੂਨ ਇਸ ਵਾਰੀ ਕੋਵਿਡ ਨੇ ਲੋਕਾਂ ਨੂੰ ਸਾਹਮਣੇ ਦਿਖਾਇਆ ਨਾ, ਵੀ ਖੂਨ ਦਾ ਰੰਗ ਕੀ ਹੈ ਅੰਦਰ ਲੋਕਾਂ ਦੇ, ਤੇ ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਕਹਿ ਨਹੀਂ ਸਕਦਾ। ਮਗਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਇੱਕ ਗੱਲ ਮੈਂ ਕਹਿਣਾ ਚਾਹਾਂਗਾ ਸਰ, ਕਈ ਲੋਕੀ ਮੈਨੂੰ ਪੁੱਛਦੇ ਨੇ ਕਿ ਤੇਰੀ ਉਮਰ ਬੜੀ ਛੋਟੀ ਹੈ, ਤੂੰ 26 ਸਾਲ ਦਾ ਹੈ, ਤੂੰ ਡੈਡ ਬੋਡੀਆਂ ਚੱਕ ਰਹੇ ਹੈ, ਡੈਡ ਬੋਡੀ ਦਾ ਕਲੈਕਸ਼ਨ ਕਰ ਰਿਹਾ। ਸਰ ਜਿਹੜੀ ਸਾਡੀ ਸਿੱਖ ਕੌਮ ਹੈ, ਜਿਹੜੀ ਸਾਡੀ ਖਾਲਸਾ ਕੌਮ ਹੈ ਨਾ, ਇਹ ਕੌਮ ਨਹੀਂ ਹੈ, ਇਹ ਆਰਮੀ ਹੈਗੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਹੈ। ਸਾਡੀ ਫੌਜ ਹੈ, ਤੇ ਫੌਜ ਕਦੇ ਪਿੱਛੇ ਨਹੀਂ ਹਟਦੀ, ਨਾ ਅਸੀਂ ਸੀ ਉਦੋਂ ਪਿੱਛੇ ਹਟੇ ਸੀ, ਨਾ ਹਟਾਂਗੇ। ਪ੍ਰੈਕਟੀਕਲੀ ਜਿੱਥੇ ਜਿੱਥੇ ਲੋੜ ਪਏਗੀ, ਚਾਹੇ ਉਹ ਪੇਸ਼ੈਂਟ ਹੈ ਚਾਹੇ ਡੈਡ ਬੋਡੀ, ਸਾਡਾ ਤਾਂ ਸਾਰਾ ਇੱਕ ਮਿਸ਼ਨ ਹੈਗਾ। ਜੇ ਕੋਈ ਪੇਸ਼ੈਂਟ ਦੀ ਕਾਲ ਸਾਨੂੰ ਆਉਂਦੀ ਹੈ, ਉਹਦੀ ਜਾਨ ਬਚਾਉਣਾ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਜ਼ਿੰਮੇਵਾਰੀ ਹੈ। ਜੇ ਰੱਬ ਨਾ ਕਰੇ ਕਿਸੇ ਦੀ ਡੈਥ ਹੋ ਜਾਏ, ਤੇ ਉਹਦਾ ਜਿਹੜਾ ਲਾਸਟ ਰਾਈਟ ਹੈ ਕ੍ਰੀਮੇਸ਼ਨ ਦਾ, ਉਹਨੂੰ ਪੂਰਾ ਕਰਨਾ, ਉਹਦਾ ਸੰਸਕਾਰ ਕਰਾਉਣਾ। ਸਾਰੀਆਂ ਟੀਮਾਂ ਸੇਵਾ 'ਚ ਤਤਪਰ ਸੀਗੀਆਂ, ਤਤਪਰ ਹਨ ਤੇ ਅੱਗੇ ਵੀ ਰਹਿਣਗੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਹੁਤ ਕਿਰਪਾ ਹੈ ਸਰ। ਸਾਡੇ ਜਿਹੜੇ ਵਲੰਟੀਅਰ ਹੈਗੇ ਨਾ, ਤੁਸੀਂ ਬਿਲੀਵ ਨਹੀਂ ਕਰੋਗੇ, ਪਿਛਲੇ 4-4, 5-5 ਮਹੀਨੇ ਤੋਂ ਆਪਣੇ ਘਰ ਨਹੀਂ ਗਏ ਸਰ। ਸਾਡੀ ਜਿਹੜੀ ਐਂਬੂਲੈਂਸ ਦੀ ਪਾਰਕਿੰਗ ਉੱਥੇ ਹੀ ਸੁਣਦੇ ਨੇ, ਉੱਥੇ ਉਹਨਾਂ ਦਾ ਲੰਗਰ ਬਣਦਾ ਹੈ। ਜਿਹੜੀ ਸੇਵਾ ਨਿਭਾ ਰਹੇ ਨੇ ਸਰ, ਮੈਂ ਪਰਸਨਲੀ ਤੌਰ ਤੇ ਕਹਾਂ ਤੇ ਮੈਂ ਉਹਨਾਂ ਦਾ ਜਿਹੜਾ ਆਸਾਨ ਹੈ ਚੁਕਾਉਣਾ ਸਰ ਨਹੀਂ ਚੁਕਾਤਾ। ਇਹ ਤੁਸੀਂ ਕੀ ਪੂਰੀ ਦੁਨੀਆ ਜਿਨ੍ਹਾਂ ਦੀਆਂ ਦੇ ਉਹ ਸੇਵਾ ਕਰਦੇ ਨੇ, ਖਾਸ ਕਰਕੇ ਇਹ ਉਹ ਡੈਡ ਬੋਡੀ ਨੇ ਜਿਨ੍ਹਾਂ ਨੇ ਉੱਠ ਕੇ ਬਾਅਦ ਚੋਂ ਆਸ਼ੀਰਵਾਦ ਵੀ ਨਹੀਂ ਦੇਣਾ। ਤੇ ਇੱਕ ਚੀਜ਼ ਮੈਂ ਵੈਸੇ ਹੋਰ ਇਹ ਤੁਹਾਨੂੰ ਕਹਿਣਾ ਚਾਹੂੰਗਾ ਕਿ ਜਿਹੜਾ ਤੁਸੀਂ ਇਹ ਕੰਮ ਕਰਦੇ ਪਏ ਹੋ ਨਾ, ਇਹ ਸ਼ਾਇਦ ਕੋਵਿਡ ਖਤਮ ਵੀ ਹੋ ਜਾਏਗਾ ਕਿਸੇ ਨਾ ਕਿਸੇ ਸਮੇਂ ਦੇ ਉੱਤੇ। ਇਹ ਜਿਹੜਾ ਕੰਮ ਹੈਗਾ ਨਾ, ਇਹ ਇਹੋ ਜਿਹਾ ਕੰਮ ਹੈ, ਮੈਨੂੰ ਕਮ ਸੇ ਕਮ ਜਦੋਂ ਇਹ ਤੁਹਾਡੀ ਇੰਟਰਵਿਊ ਲਈ ਆਸਟ੍ਰੇਲੀਆ ਤੋਂ, ਸਿਡਨੀ ਤੋਂ ਤਕਰੀਬਨ 10 ਫੋਨ ਆਏ ਹੋਣਗੇ ਵੀ ਇਹਨਾਂ ਭਾਜੀ ਦੀ ਇੰਟਰਵਿਊ ਅਸੀਂ ਲੈਣੀ ਹੈ। ਕਿਉਂਕਿ ਇਹਨਾਂ ਨੇ ਉਹ ਕੰਮ ਕੀਤਾ ਹੈ ਜਿਹਦੇ ਨਾਲ ਪੂਰੀ ਦੀ ਪੂਰੀ ਇਨਸਾਨੀਅਤ ਦਾ ਸਿਰ ਉੱਚਾ ਕੀਤਾ। ਕਿਉਂਕਿ ਅਸੀਂ ਦੇਖਿਆ ਕਿ ਲੋਕੀ ਸੜਕਾਂ ਦੇ ਉੱਤੇ ਲਾਸ਼ਾਂ ਰੱਖ ਕੇ ਭੱਜ ਚੁੱਕੇ ਸਨ।
ਇੰਡੀਆ ਦੇ ਵਿੱਚ ਲੋਕੀ ਅੱਜ ਕੱਲ ਜਿੱਥੇ ਟੈਸਟ ਕਰਵਾਉਣ ਜਾਂਦੇ ਨੇ ਵੱਟੇ ਮਾਰ ਕੇ, ਉਹ ਵੀਡੀਓ ਆਉਂਦੀਆਂ ਨੇ ਸਾਡੇ। ਮੈਂ ਇੱਥੇ ਬਹੁਤ ਜ਼ਿਆਦਾ ਸਾਡੇ ਨਾਲ ਇਨਸੀਡੈਂਟ ਹੋਇਆ ਸੀ, ਸਾਡੇ ਐਂਬੂਲੈਂਸ ਗਈ ਸੀ ਡੈਡ ਬੋਡੀ ਲੈਣ, ਤੇ ਇੱਕ ਵਿਅਕਤੀ ਦੀ ਡੈਥ ਹੋ ਗਈ, ਤੇ ਉਹਦਾ ਬੱਚਾ ਤੇ ਉਹਦੀ ਜਿਹੜੀ ਨੂੰਹ ਸੀਗੀ, ਉਹਦੀ ਡਾਕਟਰ ਨੇ ਲਾਓ ਬਾਹਰ ਖੜੇ ਸੀਗੇ ਸਰ, ਉਹਨਾਂ ਨੂੰ ਪਤਾ ਨਹੀਂ ਸੀਗਾ ਕੋਵਿਡ ਨਾਲ ਡੈਥ ਹੋਈ। ਸਾਡਾ ਟੀਮ ਉੱਥੇ ਖੜੀ, ਐਂਬੂਲੈਂਸ ਉੱਥੇ ਖੜੀ, ਜਿਵੇਂ ਡੈਡ ਬੋਡੀ ਬਾਹਰ ਲੈ ਕੇ ਆਏ, ਡਾਕਟਰ ਨੇ ਕਿਹਾ ਜੀ ਕੋਵਿਡ ਸੇ ਡੈਥ ਹੋਈ ਹੈ। ਜਿਵੇਂ ही उन्होंने कोविड सुना, गड्डी च बैठ के भज गया, मैं फोन करता है, कहता सर आप बड़ी सेवा करते हैं, इनका क्रीमेशन कर देना, हमें डर लगता है, हम शमशान घाट नहीं आएंगे। जिस बाप ने पैदा किया वो औलाद ਨੂੰ ਛੱਡ ਕੇ ਭੱਜ ਗਈ। ਜਦੋਂ ਅਸੀਂ ਸੰਸਕਾਰ ਕਰਨ ਲੱਗੇ, ਜਦੋਂ ਸਾਰਾ ਅਸੀਂ ਅਰੇਂਜਮੈਂਟ ਕਰਤਾ, ਬਸ ਉਹਨੂੰ ਇਲਾਜ ਨੂੰ ਕਹਿੰਦੇ ਅਗਨੀ ਦਾਹ ਦੇਣਾ ਬਾਕੀ ਰਹਿ ਗਿਆ। मैं अपनी टीम ਨੂੰ किया, मैं कहा एक फोन कर लो उनको, वो पास रहते हैं, शक्ल देख जाए। मैंने कहा कोविड आता जाता है, उनके फादर है। मैं गल की, मैं एक बार अपना चेहरा देख लो फादर साहब का आके, मैंने कहा दूर से दिखा लेंगे, मैंने कहा दोबारा नहीं मिलेंगे आपको। कहंदा मतलब सर कहना नहीं चाहिए किसी के बारे, ਅਸੀਂ ਤਾਂ ਸੇਵਾ ਕਰ ਰਹੇ, ਲੇਕਿਨ ਉਹਨਾਂ ਦੇ ਵਰਡ ਸੁਣੋ, ਕਹਿੰਦੇ ਕਿ ਆਪ ਪਾਪਾ की ना फोटो खींच के दे दो। मैं ਬਸ ਭਾਜੀ ਇਹ ਇੰਨਾ ਹੀ, ਕਿਉਂਕਿ ਜਿੰਨੀ ਜ਼ਿਆਦਾ ਅਸੀਂ ਗੱਲ ਕਰਾਂਗੇ ਉਹਨਾਂ ਇਨਸਾਨੀਅਤ ਦਾ ਚਿਹਰਾ ਇੱਥੇ ਨੰਗਾ ਹੋਣਾ। ਤੇ ਆਪਾਂ ਇਹ ਦੇਖ ਹੀ ਚੁੱਕੇ ਹਾਂ ਕਿ ਇੰਡੀਆ ਦੇ ਵਿੱਚ ਈਵਨ ਕਿ ਕੁਝ ਬਾਹਰ ਜਗ੍ਹਾ ਵੀ, ਮਗਰ ਇੰਨਾ ਜ਼ਿਆਦਾ ਵੀ ਖੂਨ, ਜਿੱਥੇ ਸਭ ਤੋਂ ਜ਼ਿਆਦਾ ਪਾਠ ਪੂਜਾ ਹੁੰਦਾ, ਉਸੇ ਹੀ ਮੁਲਕ 'ਚ ਅਫਸੋਸ ਨਾਲ ਕਹਿਣਾ ਪੈਂਦਾ ਵੀ ਖੂਨ ਦਾ ਰੰਗ ਸਭ ਤੋਂ ਫਿੱਕਾ ਉੱਥੇ ਹੀ ਪਿਆ, ਆਪਣਿਆਂ ਦਾ ਵੀ ਰੰਗ ਫਿੱਕਾ। ਕੋਵਿਡ ਤਾਂ ਖਤਮ ਹੋ ਜਾਏਗਾ, ਲੇਕਿਨ ਇਨਸਾਨੀਅਤ ਤਾਂ ਹੁਣੇ ਖਤਮ ਹੋ ਗਈ, ਮੈਂ ਤਾਂ ਇਹ ਦੇਖ ਰਿਹਾ। ਇਨਸਾਨੀਅਤ ਦਾ ਉਹਨੇ ਚਿਹਰਾ ਨੰਗਾ ਕਰ ਦਿੱਤਾ ਸਾਡਾ ਸਭ ਦਾ। ਮੈਂ ਇੱਕ ਛੋਟਾ ਜਿਹਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਤੁਹਾਡੇ ਨਾਲ? ਹਾਂਜੀ ਹਾਂਜੀ ਕਰ ਸਕਦੇ ਸਰ। ਮੈਨੂੰ ਨਾ ਕਈ ਲੋਕੀ, ਮਤਲਬ ਲੱਖਾਂ ਲੋਕਾਂ ਦੀ, ਮੈਂ ਜਦੋਂ ਮੈਨੂੰ ਕੋਵਿਡ ਹੋਇਆ ਲੱਖਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਮੇਰੇ ਨਾਲ। ਹਾਂਜੀ, ਮੈਂ ਉਹੀ ਸਦਕਾ ਜਿਹੜਾ ਮੈਂ ਵਾਪਸ ਬਚ ਕੇ ਆਇਆ, ਮੈਂ ਫਿਰ ਸੇਵਾ ਮਹਾਰਾਜ ਨੇ ਮੈਨੂੰ ਲਾਇਆ। ਲੇਕਿਨ ਸਰ ਜਿਵੇਂ ਮੈਨੂੰ ਕੋਵਿਡ ਹੋਇਆ, ਤੁਸੀਂ ਬਿਲੀਵ ਨਹੀਂ ਕਰੋਗੇ, ਮੈਨੂੰ ਲੱਗਣ ਲੱਗਿਆ ਸੀ ਜਿਵੇਂ ਮੈਂ ਆਤੰਕਵਾਦੀ ਹੈਗਾ। ਮੇਰੇ ਘਰ ਦੇ ਅੰਦਰ ਸਰ ਸਬਜ਼ੀਆਂ ਆਣੀ ਬੰਦ ਹੋ ਗਈ, ਦੁੱਧ ਆਣਾ ਬੰਦ ਹੋ ਗਿਆ, ਅਖਬਾਰ ਆਣੀ ਬੰਦ ਹੋ ਗਈ। ਮੇਰੇ ਘਰ ਦਾ ਜਿਹੜਾ ਥੱਲੇ ਸਿਕਿਉਰਿਟੀ ਗਾਰਡ, ਜਿਹੜੇ ਚੌਕੀਦਾਰ ਹੁੰਦੇ ਨੇ, ਉਹ ਭੱਜ ਗਏ। ਲੋਕਾਂ ਨੇ ਫੋਨ ਠਾਣੇ ਮਤਲਬ ਬੰਦ ਕਰਤੇ। ਮਤਲਬ ਜੇ ਮੈਂ ਆਪਣੇ ਕਿਸੇ ਬਹੁਤ ਕਲੋਜ਼ ਬੰਦੇ ਨੂੰ ਫੋਨ ਕਰਦਾ ਸੀਗਾ, ਅਦਰ ਦੈਨ ਮਾਈ ਟੀਮਸ, ਤੇ ਉਹਨਾਂ ਨੂੰ ਮੇਰਾ ਫੋਨ ਇਸ ਕਰਕੇ ਨਹੀਂ ਚੱਕਦੇ ਸੀ, ਉਹਨੂੰ ਲੱਗਦਾ ਸੀ ਕਿ ਇਹ ਕੋਈ ਹੈਲਪ ਮੰਗ ਲੈ, ਜ਼ਿਆਦਾ ਨਾ ਪੜ ਜਾਏ। ਇਹ ਤਾਂ ਮੈਂ ਤਾਂ ਸ਼ੁਕਰ ਕਰਾਂਗਾ ਮੇਰੀਆਂ ਟੀਮਸ ਨੇ ਮੇਰੀ ਬੜੀ ਹੈਲਪ ਕੀਤੀ। ਮੇਰੀ ਟੀਮ ਦਾ ਸਦਕਾ ਮੈਂ ਹੁਣ ਅੱਜ ਮੈਂ ਠੀਕ ਹੋ ਗਿਆ। ਉਹਨਾਂ ਨੇ ਮੈਨੂੰ ਖਾਣ ਪੀਣ ਦਾ ਸਮਾਨ ਪ੍ਰੋਵਾਈਡ ਕਰਾਇਆ 15 ਦਿਨ। ਮੇਰੇ ਘਰ ਸਰ ਜਦੋਂ ਕੋਵਿਡ ਹੋ ਗਿਆ, ਬਾਅਦ 4 ਦਿਨ ਮੇਰੇ ਘਰੋਂ ਜਿਹੜਾ ਘਰ ਦਾ ਜਿਹੜਾ ਟਰੈਸ਼ ਬਿਨ ਹੁੰਦਾ, ਜਿਹਨੂੰ ਕੂੜਾ ਕਹਿੰਦੇ ਆਪਾਂ, ਉਹ ਲੈਣ ਕੋਈ ਨਹੀਂ ਆਇਆ। ਬਿਲਕੁਲ ਕਨੈਕਸ਼ਨ ਹੀ ਕੱਟ ਗਿਆ ਘਰ ਚੋਂ। ਐ ਲੱਗਿਆ ਜਿਵੇਂ ਇਸ ਘਰ ਦੇ ਅੰਦਰ ਕੋਈ ਆਤੰਕਵਾਦੀ ਰਹਿ ਰਹੇ। ਤੜੀ ਪਾਰ ਕਰ ਦਿੱਤਾ। ਬੇਨਤੀ ਇਹ ਵੀ ਕਰਾਂਗਾ ਲੋਕਾਂ ਨੂੰ ਕਿ ਥੋੜਾ ਜਿਹਾ ਇਨਸਾਨੀਅਤ ਤੋਂ ਵੀ ਦੇਖ ਲਓ ਜੀ। ਕੋਵਿਡ ਤੇ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਵਾਈਫ ਨੂੰ ਹੋ ਸਕਦਾ ਹੈ, ਯੂਕੇ ਦੇ ਪ੍ਰਿੰਸ ਨੂੰ ਹੋ ਸਕਦਾ ਹੈ, ਯੂਕੇ ਦੇ ਪ੍ਰਾਈਮ ਮਿਨਿਸਟਰ ਨੂੰ ਹੋ ਸਕਦਾ ਹੈ, ਸਾਨੂੰ ਵੀ ਹੋ ਸਕਦਾ ਹੈ, ਤੁਹਾਨੂੰ ਵੀ ਹੋ ਸਕਦਾ ਹੈ। ਤੇ ਕਰੋਨਾ ਨਾਲ ਲੜੋ ਜੀ, ਕਰੋਨਾ ਪੇਸ਼ੈਂਟ ਨਾਲ ਤੇ ਕਰੋਨਾ ਵਾਰੀਅਰ ਨਾਲ ਨਾ ਲੜੋ। ਮੇਰੀ ਬੇਨਤੀ ਹੈਗੀ ਸਭ ਨੂੰ। ਬਹੁਤ ਸਹੀ, ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਸਮਾਂ ਦੇਣ ਦਾ। ਸਮਾਂ ਸਾਡੇ ਕੋਲ ਥੋੜਾ ਹੈ, ਤੇ ਮੈਂ ਇਹ ਸਾਰਿਆਂ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਸ ਤਰੀਕੇ ਨਾਲ ਇਹ ਲੜਾਈ ਲੜ ਰਹੇ ਨੇ, ਤੁਹਾਨੂੰ ਏਦਾਂ ਦੀ ਲੜਾਈ ਲੜਨ ਦੀ ਲੋੜ ਨਹੀਂ ਹੈਗੀ। ਇਹ ਸਭ ਤੋਂ ਅੱਗੇ ਹੈਗੇ ਨੇ, ਤੁਹਾਡੇ ਲਈ ਅੱਗੇ ਹੈਗੇ ਨੇ। ਕਮ ਸੇ ਕਮ ਇਹਨਾਂ ਦਾ ਸਾਥ ਦਿਓ, ਇਹਨਾਂ ਨੂੰ ਐਪਰੀਸ਼ੀਏਟ ਕਰੋ। ਜੇ ਹੋਰ ਕਿਸੇ ਕੁਝ ਨਹੀਂ ਕਰ ਸਕਦੇ ਤੇ ਤੁਸੀਂ ਉਹਨਾਂ ਲੋਕਾਂ ਨੂੰ ਫੋਨ ਕਰਕੇ ਉਹਨਾਂ ਦਾ ਹੌਸਲਾ ਹੀ ਵਜਾਓ। ਤੁਸੀਂ ਜਾ ਕੇ ਨਾ ਮਿਲੋ, ਮਗਰ ਕਮ ਸੇ ਕਮ ਉਹਨਾਂ ਨੂੰ ਧਿਤਕਾਰੋ ਨਾ, ਲੱਤਾਂ ਨਾ ਮਾਰੋ, ਉਹਨਾਂ ਨੂੰ ਆਪਣੇ ਤੋਂ ਦੂਰ ਨਾ ਕਰੋ। ਅੱਜ ਦੇ ਮਾਹੌਲ ਦੇ ਹਿਸਾਬ ਨਾਲ ਮੈਂ ਬਸ ਇਹੋ ਹੀ ਕਹਿਣਾ ਚਾਹਾਂਗਾ। ਇਸ ਦੇ ਨਾਲ ਹੀ ਸਾਫ਼ ਤੇ ਸਿੱਧੀ ਗੱਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
Yeah, yeah.